तो लेयर सिकरी वर्गी सफ़ेद पपड़ी वर्गी फ्लेकी स्किन हो जाती है, ਉਹਦੇ ਉੱਪਰ वाइट पपड़ी और इन्नी केराटिनाइज्ड ਹੁੰਦੀ है, लेयर ਦੇ ਉੱਪਰ लेयर ਚੜੀ ਹੁੰਦੀ है और पेशेंट ਵਿਚਾਰਾ ਖਾਰਿਸ਼ कर करके बेहाल। ਸਾਡੇ ਕੋਲ ਇੱਦਾਂ ਦੇ ਪੇਸ਼ੈਂਟਸ ਆਉਂਦੇ ਜਦੋਂ ਉਹ ਬੈਠੇ ਆ ਉਹਨਾਂ ਦੇ ਆਸ-ਪਾਸ ਸਾਰੇ ਸਿਕਰੀ ਗਿਰੀ ਹੁੰਦੀ ਹੈ। ਜਿੱਦਾਂ ਮਸ਼ਰੂਮਸ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੇ ਪੇਸ਼ੈਂਟਸ ਨੂੰ ਪੀਨਟਸ ਤੋਂ ਐਲਰਜੀ ਹੁੰਦੀ, ਮੂੰਗਫਲੀ ਤੋਂ। ਬਹੁਤ ਸਾਰੇ ਪੇਸ਼ੈਂਟਸ ਨੂੰ ਵੀਟ ਤੋਂ ਐਲਰਜੀ ਹੁੰਦੀ ਹੈ। ਬਹੁਤ ਸਾਰੇ ਪੇਸ਼ੈਂਟਸ ਕਣਕ ਨੂੰ ਪਚਾ ਹੀ ਨਹੀਂ ਪਾਉਂਦੇ। ਸਾਡੇ ਕੋਲ ਇੱਦਾਂ ਦੇ ਪੇਸ਼ੈਂਟਸ ਵੀ ਆਉਂਦੇ ਹਨ ਜਿਨ੍ਹਾਂ ਨੂੰ ਚਮੜੀ ਦੀ ਐਲਰਜੀ ਹੁੰਦੀ ਹੈ। ਦਵਾਈਆਂ ਦੇ ਡਾਕਟਰ ਕੋਲ ਜਾਂਦੇ ਹਨ ਤਾਂ ਉਹ ਚਮੜੀ ਦਾ ਇਲਾਜ ਕਰਨ ਵਾਸਤੇ ਉਹਨਾਂ ਨੂੰ ਸਟੀਰੋਇਡਸ ਦੀ ਕਰੀਮ, ਸਟੀਰੋਇਡਸ ਦੇ ਐਪਲੀਕੇਸ਼ਨਸ, ਐਂਟੀ ਐਲਰਜਿਕਸ ਖਾਣ ਵਾਸਤੇ, ਸਟੀਰੋਇਡ ਖਾਣ ਵਾਸਤੇ ਦੇਈ ਜਾ ਰਹੇ ਹਨ। ਬਟ ਬਾਅਦ 'ਚੋਂ ਸਾਨੂੰ ਇਹ ਪਤਾ ਚੱਲਦਾ ਹੈ ਟ੍ਰੀਟਮੈਂਟ ਦੇ ਦੌਰਾਨ ਕਿ ਬੇਸਿਕਲੀ ਉਹਨਾਂ ਨੂੰ ਵੀਟ ਤੋਂ ਐਲਰਜੀ ਹੈ। तो ਇੱਦਾਂ ਦੇ ਹੀ ਬਹੁਤ ਸਾਰੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਦੁੱਧ ਦਹੀਂ ਤੋਂ ਐਲਰਜੀ ਹੈ, ਉਹ ਦੁੱਧ ਹੀ ਨਹੀਂ ਪਚਾ ਪਾਉਂਦੇ, ਜਿਹਦੇ ਕਰਕੇ ਉਹਨਾਂ ਨੂੰ ਜਾਂ ਸਕਿਨ ਦੀ ਜਾਂ ਰੈਸਪੀਰੇਟਰੀ ਐਲਰਜੀਜ਼ ਹੋ ਜਾਂਦੀ ਹੈ, ਮਤਲਬ ਸਾਹ ਦੀਆਂ ਐਲਰਜੀਜ਼ ਜਾਂ ਚਮੜੀ ਦੀਆਂ ਐਲਰਜੀਜ਼। ਹਰਿਦਰਾ ਖੰਡ ਇੱਕ ਮਾਰਕੀਟ ਅਵੇਲੇਬਲ ਪ੍ਰੋਡਕਟ ਹੈ। ਨੀਮ ਸਭ ਨੂੰ ਪਤਾ ਹੀ ਹੈ ਕਿ ਅਵੇਲੇਬਲ ਹੈ। ਹਲਦੀ ਦਾ ਘਰ ਦੇ ਵਿੱਚ ਇਸਤੇਮਾਲ ਕਰਨਾ। ਖਦਿਰ ਇੱਕ ਬਹੁਤ ਅੱਛੀ ਹਰਬ ਹੈ ਜਿਹੜੀ ਐਂਟੀ ਪ੍ਰੋਰੇਟਿਕ ਹੈ। ਜੇ ਬੋਡੀ ਦੇ ਵਿੱਚ ਕਿਤੇ ਖਾਰਿਸ਼ ਹੋ ਰਹੀ ਹੈ ਜਾਂ ਤੁਹਾਨੂੰ ਚਮੜੀ ਦਾ ਕੋਈ ਇੱਦਾਂ ਦਾ ਰੋਗ ਹੈ ਤਾਂ ਤੁਸੀਂ ਖਦਿਰ ਮਾਰਕੀਟ 'ਚੋਂ ਲਿਆ ਕੇ ਉਹਦਾ ਵੀ ਪਾਊਡਰ ਬਣਾ ਕੇ ਸਵੇਰੇ ਸ਼ਾਮ 1/4 ਸਪੂਨ ਖਾ ਸਕਦੇ ਹੋ। ਮੰਜਿਸ਼ਠਾ ਵਰਗੀਆਂ ਹਰਬਸ ਮਾਰਕੀਟ 'ਚ ਅਵੇਲੇਬਲ ਹੈ, ਤੁਸੀਂ ਉਹਨਾਂ ਨੂੰ ਪੰਸਾਰੀ ਕੋਲੋਂ ਲਓ, ਥੋੜ੍ਹਾ ਬਹੁਤ ਉਹਨਾਂ ਦਾ ਕਾੜਾ ਬਣਾ ਲਓ ਜਾਂ ਪਾਊਡਰ ਫਾਰਮ 'ਚ ਬਣਾ ਕੇ ਉਹਨਾਂ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਇਹ ਮੈਂ ਤੁਹਾਨੂੰ ਉਹ ਮੈਡੀਸਿਨਸ ਦੱਸ ਰਹੀ ਹਾਂ ਜਿਹੜੀਆਂ ਤੁਸੀਂ ਘਰ ਬੈਠੇ ਸੇਫਲੀ ਲੈ ਸਕਦੇ ਹੋ। ਸਭ ਤੋਂ ਪਹਿਲੀ ਗੱਲ, ਸਕਿਨ ਦੇ ਪੇਸ਼ੈਂਟਸ ਨੇ ਕਦੀ ਵੀ ਤੰਗ ਅਤੇ ਭੀੜੇ ਕੱਪੜੇ ਨਹੀਂ ਪਾਣੇ। ਉਹਨਾਂ ਨੇ ਹਮੇਸ਼ਾ ਸੂਤੀ ਕੱਪੜੇ ਹੀ ਪਾਣੇ ਹਨ। ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਹਫਤੇ ਦੇ ਵਿੱਚ ਇੱਕ ਵਾਰ ਉਹਨਾਂ ਨੇ ਦਹੀਂ ਦੇ ਵਿੱਚ ਸਰੋਂ ਦਾ ਤੇਲ ਮਿਲਾ ਕੇ ਪਿੰਡੇ ਦੇ ਵਿੱਚ ਸਾਰੇ ਲਗਾ ਕੇ 10 ਮਿੰਟ ਬੈਠਣਾ ਹੈ ਔਰ ਉਸ ਤੋਂ ਬਾਅਦ ਹੀ ਨਹਾਣਾ ਹੈ। नारियल का तेल ही ज़्यादा लगान, सेंट्स परफ्यूम्स बिल्कुल नहीं लगानियाँ। ईवन टैलकम भी आप पेशेंट्स को सजैसट नहीं करते क्योंकि बहुत सारे पेशेंट्स सिर्फ अंडर आर्म रोल ऑन डीओ लगाने दे करके ही स्किन की प्रॉब्लम विच फसे होंदे हैं। मैम बहुत सारे पेशेंट्स मैं ਇਹੋ ਜਿਹਾ ਵੀ ਦੇਖਿਆ ਵੀ ਜਿਹੜੇ ਇਲਾਜ ਕਰਵਾ ਕੇ ਥੱਕ ਗਏ ਨੇ ਤੇ ਉਹ ਫਿਰ ਹਾਰ ਕੇ ਬੈਠ ਜਾਂਦੇ ਨੇ ਵੀ ਸਾਨੂੰ ਕੋਈ ਆਰਾਮ ਨਹੀਂ ਆਉਣਾ, ਵੀ ਹੋਰ ਜ਼ਿਆਦਾ ਚਮੜੀ ਖਰਾਬ ਹੋ ਗਈ ਹੈ, ਕਰੀਮਾਂ ਲਗਾ ਕੇ ਦਵਾਈਆਂ ਖਾ ਕੇ ਕਿਡਨੀਜ਼ ਨੂੰ ਪ੍ਰੋਬਲਮ ਹੋ ਗਈ ਹੈ ਨਾ। ਆਰੋਗਿਅਮ ਹਸਪੀਟਲ ਕੀ 100% ਆਪਣੇ ਪੇਸ਼ੈਂਟ ਨੂੰ ਸੰਤੁਸ਼ਟ ਕਰਕੇ ਭੇਜਦਾ ਹੈ? ਕੀ ਉਹ ਦਾਵਾ ਕਰਦਾ ਹੈ, ਤੁਸੀਂ ਦਾਵਾ ਕਰਦੇ ਹੋ ਕਿ ਹਾਂ ਅਸੀਂ ਪੂਰੀ ਤਰ੍ਹਾਂ ਠੀਕ ਕਰਕੇ ਪੇਸ਼ੈਂਟ ਨੂੰ ਭੇਜਦੇ? ਜੀ ਹਾਂ, ਬਿਲਕੁਲ। ਪੇਸ਼ੈਂਟਸ ਜਦੋਂ ਸਾਡੇ ਕੋਲ ਆਉਂਦੇ ਹੈ ਉਹ ਕਾਫੀ ਡਾਊਟਫੁਲ ਹੁੰਦੇ ਹਨ ਬਿਕੋਜ਼ ਉਹਨਾਂ ਨੇ ਕਈ ਸਾਲਾਂ ਤੋਂ ਆਪਣਾ ਮਾਡਰਨ ਜਾਂ ਐਲੋਪੈਥਿਕ ਟ੍ਰੀਟਮੈਂਟ ਕਰਵਾਇਆ ਹੁੰਦਾ ਹੈ। ਉਹ ਬਹੁਤ ਡਾਊਟਸ ਦੇ ਨਾਲ ਆਉਂਦੇ ਹਨ ਬਟ ਬਹੁਤ ਸਾਰੇ ਪੇਸ਼ੈਂਟਸ ਬਹੁਤ ਅੱਛਾ ਰਿਲੀਫ ਲੈ ਕੇ ਜਾਂਦੇ ਹਨ। ਸੋ ਵੀ ਆਰ ਵੈਰੀ ਪ੍ਰਾਊਡ ਆਫ ਆਰ ਟ੍ਰੀਟਮੈਂਟ ਕਿ ਆਪਾਂ ਜੜ ਤੋਂ ਇਲਾਜ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਔਰ ਸਾਰੇ ਪੇਸ਼ੈਂਟਸ ਨੂੰ ਆਲਮੋਸਟ ਸਾਡੇ ਰਿਜ਼ਲਟਸ ਆਉਂਦੇ ਹਨ। ਮੈਂ ਪਿਛਲੇ 3-4 ਸਾਲ ਤੋਂ ਮਤਲਬ ਇੱਕ ਪ੍ਰੋਬਲਮ ਨਾਲ ਬਹੁਤ ਜ਼ਿਆਦਾ ਸਫਰ ਕਰ ਰਿਹਾ ਸੀਗਾ, ਠੀਕ ਆ, ਜਿਹਨੂੰ ਕਿ ਛਪਾਕੀ ਕਹਿੰਦੇ ਆ। ਅਤੇ ਇਹਦੇ ਨਾਲ ਇਹ ਸੀ ਕਿ ਮੇਰੀ ਬੋਡੀ ਦੇ ਵਿੱਚ ਇਨਸਾਈਡ ਬਹੁਤ ਜ਼ਿਆਦਾ ਗਰਮੀ ਸੀਗੀ, ਠੀਕ ਹੈ, ਜਿਹਦੇ ਕਾਰਨ ਅਚਾਨਕ ਮੇਰੇ ਖਾਰਿਸ਼ ਸ਼ੁਰੂ ਹੋ ਜਾਂਦੀ ਸੀਗੀ। ਅਤੇ ਮੇਰੇ ਰਿਲੇਟਿਵ ਨੇ ਦੱਸਿਆ ਕਿ ਆਰੋਗਿਅਮ ਨਾਮ ਦਾ ਹੌਸਪੀਟਲ ਜਲੰਧਰ ਦੇ ਵਿੱਚ, ਜਿੱਥੋਂ ਕਿ ਤੂੰ ਜਾ ਕੇ ਦਵਾਈ ਲੈ, ਅਤੇ ਆਪਣੀ ਦਵਾਈ ਉੱਥੋਂ ਖਾਣੀ ਸ਼ੁਰੂ ਕੀਤੀ। ਅਤੇ ਉਹਨਾਂ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਜਲਦੀ ਇੰਪਰੂਵਮੈਂਟ ਮਿਲਣੀ ਸ਼ੁਰੂ ਹੋ ਗਈ। ਅਤੇ ਅੱਜ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੀ ਬੋਡੀ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਔਰ ਜੋ ਮੇਰੀ ਗਰਮੀ ਵਗੈਰਾ ਸੀ ਅੰਦਰ ਉਹ ਵੀ ਬਿਲਕੁਲ ਖਤਮ ਹੋ ਚੁੱਕੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਅੱਖਰ ਦੇ ਨਾਲ, ਮੈਂ ਹਾਂ ਕੁਸੁਮ। ਜੇਕਰ ਤੁਹਾਨੂੰ ਵੀ ਸਕਿਨ ਦੇ ਨਾਲ ਸੰਬੰਧੀ ਕੋਈ ਸਮੱਸਿਆ ਹੈ, ਜੇ ਤੁਹਾਨੂੰ ਵੀ ਬਾਹਰ ਜਾਣ ਲੱਗਿਆਂ ਆਪਣਾ ਸਰੀਰ ਢੱਕ ਕੇ ਜਾਣਾ ਪੈਂਦਾ, ਖਾਸ ਕਰ ਬਾਹਾਂ ਢੱਕ ਕੇ ਜਾਣੀਆਂ ਪੈਂਦੀਆਂ ਨੇ, ਜਾਂ ਕਿਸੇ ਨੂੰ ਮਿਲਣ ਵੇਲੇ ਤੁਹਾਨੂੰ ਬੜੀ ਹਿਚਕਿਚਾਹਟ ਹੁੰਦੀ ਹੈ, ਜਾਂ ਕੋਈ ਕੱਪੜਾ ਖਰੀਦਣ ਵੇਲੇ ਤੁਹਾਨੂੰ ਸੋਚਣਾ ਪੈਂਦਾ ਵੀ ਕਿਹੜਾ ਕੱਪੜਾ ਮੇਰੀ ਚਮੜੀ ਤੇ ਠੀਕ ਬੈਠੇਗਾ, ਮੈਨੂੰ ਐਲਰਜੀ ਹੋ ਜਾਂਦੀ ਹੈ। ਜੇ ਇਹ ਸਮੱਸਿਆਵਾਂ ਤੁਹਾਨੂੰ ਨੇ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਹੈ। ਅਸੀਂ ਪਹੁੰਚੇ ਹਾਂ ਆਰੋਗਿਅਮ ਹਸਪੀਟਲ, ਸਾਡੇ ਨਾਲ ਨੇ ਡਾਕਟਰ ਮੈਡਮ ਹਰਵੀਨ। ਸਵਾਗਤ ਹੈ ਜੀ। ਹੈਲੋ ਜੀ। ਹੈਲੋ ਮੈਮ, ਸਕਿਨ ਐਲਰਜੀ ਦੀ ਜਦੋਂ ਗੱਲ ਆਉਂਦੀ ਹੈ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਇਹ ਐਲਰਜੀ? ਸਾਨੂੰ ਕਿਵੇਂ ਪਤਾ ਲੱਗਦਾ ਹੈ ਵੀ ਸਾਨੂੰ ਇਹ ਐਲਰਜੀ ਜਿਹੜੀ ਸਾਨੂੰ ਹੋ ਗਈ ਹੈ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗੀ।
ਦੇਖੋ ਸਕਿਨ ਐਲਰਜੀਜ਼ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਆਪਾਂ, ਕਿਉਂਕਿ ਆਰੋਗਿਅਮ ਦੇ ਵਿੱਚ ਸਕਿਨ ਐਲਰਜੀਜ਼ ਨੂੰ ਕਾਫੀ ਹੱਦ ਤੱਕ ਟ੍ਰੀਟ ਕਰਦੇ ਹਾਂ, ਆਯੁਰਵੈਦਿਕ ਮੈਡੀਸਿਨਸ ਦੇ ਨਾਲ ਕਰਦੇ ਹਾਂ। ਤਾਂ ਮੇਨਲੀ ਸਕਿਨ ਐਲਰਜੀ ਜਿਹੜੀ ਹੈ ਉਹ ਸੋਰੀਐਸਿਸ ਹੈ, ਅੱਛਾ ਜੀ, ਜਿਹੜਾ ਕਿ ਚਮੜੀ ਦਾ ਰੋਗ ਹੈ, ਜਿਹਨੂੰ ਆਪਾਂ ਆਯੁਰਵੇਦ ਦੇ ਵਿੱਚ ਕਿਟਿਬ ਕੁਸ਼ਟ ਰੋਗ ਕਹਿੰਦੇ ਹਾਂ। ਅੱਛਾ ਜੀ, ਦੂਸਰਾ ਹੈ ਅਰਟੀਕੇਰੀਆ, ਜਿਹਨੂੰ ਕਿ ਆਪਾਂ ਆਮ ਭਾਸ਼ਾ ਵਿੱਚ ਛਪਾਕੀ ਵੀ ਕਹਿ ਦਿੰਦੇ ਹਾਂ, ਜੀ ਜੀ ਜੀ, ਹਾਈਵਸ ਵੀ ਕਹਿ ਦਿੰਦੇ ਹਾਂ। ਇਹਨੂੰ ਆਪਾਂ ਆਯੁਰਵੇਦ ਦੇ ਵਿੱਚ ਸ਼ੀਤ ਪਿੱਤ ਰੋਗ ਕਹਿੰਦੇ ਹਾਂ। ਅੱਛਾ ਜੀ, ਇਸ ਤੋਂ ਇਲਾਵਾ ਚਮੜੀ ਦਾ ਰੋਗ ਹੈ ਜਿਹਨੂੰ ਐਗਜ਼ੀਮਾ ਕਹਿੰਦੇ ਹਾਂ, ਜਿਹਨੂੰ ਆਯੁਰਵੇਦ ਦੀ ਭਾਸ਼ਾ ਵਿੱਚ ਆਪਾਂ ਵਿਚਰਚਿਕਾ ਕਹਿੰਦੇ ਹਾਂ। ਫਿਰ ਇੱਕ ਚਮੜੀ ਦਾ ਰੋਗ ਹੈ ਜਿਹਨੂੰ ਫੰਗਲ ਰੋਗ ਕਹਿੰਦੇ ਹਨ, ਜੀ। ਜਿੱਦਾਂ ਫੰਗਲ ਡਿਜ਼ੀਜ਼ਸ। ਇਹ ਵੀ ਇੱਕ ਕਾਮਨਲੀ ਪਾਏ ਜਾਣ ਵਾਲਾ ਚਮੜੀ ਦਾ ਰੋਗ ਹੈ। ਇੱਕ ਬੱਚਿਆਂ ਦੇ ਵਿੱਚ ਜਿਹੜਾ ਬਹੁਤ ਕਾਮਨਲੀ ਪਾਇਆ ਜਾਂਦਾ ਹੈ ਉਹ ਹੈ ਏਟੋਪਿਕ ਡਰਮੇਟਾਈਟਿਸ। ਸੋ ਇਹ ਅਲੱਗ-ਅਲੱਗ ਤਰ੍ਹਾਂ ਦੇ ਚਮੜੀ ਦੇ ਰੋਗ ਹਨ, ਕੁਝ ਐਲਰਜਿਕ ਹਨ, ਕੁਝ ਆਟੋ ਇਮਿਊਨ ਹਨ, ਪਰ ਇਹ ਸਾਰੇ ਚਮੜੀ ਦੇ ਰੋਗ ਹਨ ਜਿਹਦੇ ਮੇਨਲੀ ਸਾਡੇ ਕੋਲ ਪੇਸ਼ੈਂਟਸ ਆਉਂਦੇ ਹਨ। ਮੈਮ ਜਿਵੇਂ ਤੁਸੀਂ ਪਹਿਲਾਂ ਟਾਈਪਸ ਦੱਸੀਆਂ ਸੀਗੀਆਂ ਸਾਨੂੰ ਸਕਿਨ ਦੀਆਂ ਡਿਸੀਜ਼ਸ ਦੀਆਂ, ਉਹਨਾਂ ਵਿੱਚ ਅੱਗੇ ਤੁਸੀਂ ਕੁਝ ਥੋੜਾ ਜਿਹਾ ਹੋਰ ਐਕਸਪਲੇਨ ਕਰੋ ਵੀ ਉਹਨਾਂ ਵਿੱਚ ਹੋਰ ਕੀ ਕੀ ਲੱਛਣ ਪਾਏ ਜਾਂਦੇ ਆ ਵੀ ਜਿਹਦੇ ਕਰਕੇ ਸਕਿਨ ਅੱਗੇ ਜਾ ਕੇ ਇੰਨੀ ਜ਼ਿਆਦਾ ਖਰਾਬ ਹੋ ਜਾਂਦੀ ਆ ਵੀ ਸਾਨੂੰ ਉਹ ਢੱਕਣੀ ਪੈਂਦੀ ਆ ਜਾਂ ਅਸੀਂ ਬਾਹਰ ਜਾਣ ਦੇ ਬਿਲਕੁਲ ਕਾਬਿਲ ਨਹੀਂ ਰਹਿੰਦੇ। ਦੇਖੋ ਇਹਦੇ ਵਿੱਚ ਜਿਹੜੀ ਸਭ ਤੋਂ ਇੰਪੋਰਟੈਂਟ ਡਿਜ਼ੀਜ਼ ਜਿਹਦੇ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਉਹ ਹੈ ਸੋਰੀਐਸਿਸ, ਜਿਹਨੂੰ ਕਿ ਆਪਾਂ ਆਯੁਰਵੇਦ ਦੇ ਵਿੱਚ ਕਿਟਿਬ ਕੁਸ਼ਟ ਰੋਗ ਵੀ ਕਹਿੰਦੇ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ। ਇਹਦੇ ਵਿੱਚ ਹੁੰਦਾ ਕੀ ਹੈ ਕਿ ਸਭ ਤੋਂ ਪਹਿਲੇ ਲਾਲ ਚੱਕਤੇ ਪੈਂਦੇ ਆ, ਬਹੁਤ ਜ਼ਿਆਦਾ ਖਾਰਿਸ਼ ਹੁੰਦੀ ਹੈ। ਇਹ ਇੱਕ ਆਟੋ ਇਮਿਊਨ ਡਿਸਆਰਡਰ ਹੈ। ਇਟ ਇਜ਼ ਨਾਟ ਕੰਪਲੀਟਲੀ ਐਲਰਜਿਕ ਡਿਸਆਰਡਰ, ਇੱਕ ਆਟੋ ਇਮਿਊਨ ਡਿਸਆਰਡਰ ਹੈ ਜਿਹਦੇ ਵਿੱਚ ਸਾਡੀ ਬਾਡੀ ਦੀ ਆਪਣੀ ਇਮਿਊਨਿਟੀ, ਮਤਲਬ ਰੋਗਾਂ ਨਾਲ ਲੜਨ ਦੀ ਜਿਹੜੀ ਖਮਤਾ ਹੈ ਉਹ ਸਾਡੀ ਬਾਡੀ ਦੇ ਆਪਣੇ ਹੀ ਅਗੇਂਸਟ ਹੋ ਜਾਂਦੀ ਹੈ। ਜਿਹਦੇ ਕਰਕੇ ਸਾਡੀ ਬਾਡੀ ਦੇ ਵਿੱਚ ਇੰਨੇ ਸਾਰੇ ਨਿਊ ਸੈਲਸ ਬਣਦੇ ਆ ਕਿ ਉਹ ਸਾਡੀ ਚਮੜੀ ਦੇ ਉੱਪਰ ਇੱਕ ਲੇਅਰ ਜਮਾਨੀ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਔਰ ਉਹ ਲੇਅਰ ਸਿਕਰੀ ਵਰਗੀ, ਸਫੇਦ ਪਪੜੀ ਵਰਗੀ ਫਲੇਕੀ ਸਕਿਨ ਹੋ ਜਾਂਦੀ ਹੈ, ਉਹਦੇ ਉੱਪਰ ਵਾਈਟ ਪਪੜੀ, ਔਰ ਇੰਨੀ ਕੈਰਾਟਿਨਾਈਜ਼ਡ ਹੁੰਦੀ ਹੈ, ਲੇਅਰ ਦੇ ਉੱਪਰ ਲੇਅਰ ਚੜੀ ਹੁੰਦੀ ਹੈ, ਔਰ ਪੇਸ਼ੈਂਟ ਵਿਚਾਰਾ ਖਾਰਿਸ਼ ਕਰ ਕਰਕੇ ਬੇਹਾਲ। ਸਾਡੇ ਕੋਲ ਇਦਾਂ ਦੇ ਪੇਸ਼ੈਂਟਸ ਆਉਂਦੇ ਜਦੋਂ ਉਹ ਬੈਠੇ ਆ ਉਹਨਾਂ ਦੇ ਆਸ-ਪਾਸ ਸਾਰੇ ਸਿਕਰੀ ਗਿਰੀ ਹੁੰਦੀ ਹੈ, ਬਿਕੋਜ਼ ਉਹ ਇੰਨੇ ਜ਼ਿਆਦਾ। ਕਈ ਵਾਰੀ ਇਦਾਂ ਦੇ ਪੇਸ਼ੈਂਟਸ ਦੀ ਇਹ ਪ੍ਰੋਬਲਮ ਹੇਅਰ ਲਾਈਨ ਸਿਕਰੀ ਤੋਂ ਸਟਾਰਟ ਹੁੰਦੀ ਹੈ, ਹੇਅਰ ਲਾਈਨ ਦੇ ਉੱਪਰ ਉਹਨਾਂ ਨੂੰ ਸਿਕਰੀ ਨਜ਼ਰ ਆਉਂਦੀ ਹੈ, ਉਸ ਤੋਂ ਬਾਅਦ ਉਹ ਵੱਧਦੀ ਐਲਬੋਜ਼, ਗੋਡੇ, ਲੱਤਾਂ, ਸਾਰੀ ਬਾਡੀ ਭਰ ਜਾਂਦੀ ਹੈ। ਇਹਦੇ ਵਿੱਚ ਹੀ ਮੈਂ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਕਿ ਬਹੁਤ ਸਾਰੇ ਪੇਸ਼ੈਂਟਸ ਹੈ ਜਿਹੜੇ ਬੇਸਿਕਲੀ ਕਾਰਨ ਕੋਈ ਇਦਾਂ ਦਾ ਫੂਡ ਹੁੰਦਾ ਔਰ ਪ੍ਰੋਬਲਮ ਸਕਿਨ ਦੇ ਉੱਪਰ ਨਜ਼ਰ ਆ ਰਹੀ ਹੁੰਦੀ ਹੈ। ਸੋ ਸੋਰੀਐਸਿਸ ਇੱਕ ਬਹੁਤ ਪ੍ਰੋਬਲਮੈਟਿਕ ਚੀਜ਼ ਹੈ। ਇਹਦੇ ਵਿੱਚ ਵੀ ਪੇਸ਼ੈਂਟਸ ਨੇ ਇੰਨੇ ਸਟੀਰੋਇਡਸ, ਇੰਨੇ ਐਂਟੀ ਐਲਰਜਿਕਸ ਖਾਦੇ ਹੁੰਦੇ ਹੈ ਕਿ ਉਹ ਪੇਸ਼ੈਂਟਸ ਦੀ ਹਾਲਤ ਬਹੁਤ ਖਰਾਬ ਹੋਈ ਹੁੰਦੀ ਹੈ। ਉਹਨਾਂ ਨੂੰ ਨਵੇਂ ਸਿਰਿਓਂ ਪਕੜਨਾ, ਉਹਨਾਂ ਦਾ ਆਯੁਰਵੈਦਿਕ ਵੇ ਨਾਲ ਇਲਾਜ ਕਰਨਾ, ਉਹਨਾਂ ਦੇ ਬਲੱਡ ਨੂੰ ਪਿਉਰੀਫਾਈ ਕਰਕੇ ਉਹਨਾਂ ਦੇ ਦੋਸ਼ਾਂ ਨੂੰ ਸ਼ਾਂਤ ਕਰਦੇ ਹੋਏ ਸਾਨੂੰ ਇਸ ਰੋਗ ਨੂੰ ਜੜੋਂ ਖਤਮ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ। ਇੱਕ ਮੈਂ ਡਿਸਕਸ ਕਰਨਾ ਚਾਹੁੰਦੀ ਤੁਹਾਡੇ ਨਾਲ ਐਗਜ਼ੀਮਾ ਰੋਗ ਬਾਰੇ। ਐਗਜ਼ੀਮਾ ਜਿਹਨੂੰ ਕਿ ਮੈਂ ਦੱਸਿਆ ਵਿਚਰਚਿਕਾ ਰੋਗ ਕਹਿੰਦੇ ਹਨ। ਇਹਦੇ ਵਿੱਚ ਡਿਫਿਊਜ਼ ਪੈਚਸ ਸਕਿਨ ਦੇ ਉੱਪਰ ਪਏ ਹੁੰਦੇ ਹਨ। ਉਹੀ ਵਾਤ, ਪਿੱਤ, ਕਫ ਔਰ ਰਕਤ ਧਾਤੂ ਦਾ ਦੋਸ਼ਾਂ ਕਰਕੇ ਇਹ ਪ੍ਰੋਬਲਮ ਆਉਂਦੀ ਹੈ। ਜਿਹਦੇ ਵਿੱਚ ਕੀ ਹੁੰਦਾ ਹੈ ਕਿ ਅਗਰ ਵਾਤ ਦੋਸ਼ ਦੀ ਪ੍ਰਧਾਨਤਾ ਹੋਏਗੀ ਤਾਂ ਸਾਡੀ ਸਕਿਨ ਦੇ ਉੱਪਰ ਡਰਾਈਨੈਸ ਵਾਲੇ ਰੈੱਡ ਪੈਚਸ ਹੋਣਗੇ। ਜ਼ਿਆਦਾਤਰ ਇਹ ਐਲਬੋਜ਼ ਜਾਂ ਜਿੱਥੇ ਪਸੀਨਾ ਜ਼ਿਆਦਾ ਆਉਂਦਾ ਹੈ ਉੱਦਾਂ ਦੀ ਜਗ੍ਹਾ ਤੇ ਹੋਣਗੇ, ਠੀਕ ਹੈ। ਔਰ ਇਹਦੇ ਤੇ ਖੂਬ ਖਾਰਿਸ਼ ਹੋਏਗੀ ਪੇਸ਼ੈਂਟ ਨੂੰ। ਅਗਰ ਇਹਦੇ ਵਿੱਚ ਬਾਕੀ ਦੇ ਦੋਸ਼ ਜਿੱਦਾਂ ਕਫ ਦੋਸ਼, ਅਗਰ ਵਾਤ ਜ਼ਿਆਦਾ ਹੈ ਤਾਂ ਖਾਰਿਸ਼ ਹੋਏਗੀ, ਖੁਸ਼ਕੀ ਹੋਏਗੀ ਉਸ ਜਗ੍ਹਾ ਤੇ। ਅਗਰ ਕਫ ਦੋਸ਼ ਦੀ ਪ੍ਰਧਾਨਤਾ ਹੋ ਰਹੀ ਹੈ ਤਾਂ ਉਸ ਜਗ੍ਹਾ ਤੋਂ ਐਗਜ਼ੀਮਾ ਤੋਂ अब ਸਾਡੇ ਪਸ ਔਰ ਬਲੱਡ ਵੀ ਥੋੜਾ ਨਿਕਲਦਾ ਰਹੇਗਾ। ਏਦਾਂ ਦਾ ਹੀ ਇੱਕ ਰੋਗ ਹੈ ਜਿਹਨੂੰ ਕਿ ਏਟੋਪਿਕ ਡਰਮੇਟਾਈਟਿਸ, ਜਿਹੜਾ ਕਿ ਬੱਚਿਆਂ ਦੇ ਵਿੱਚ ਜ਼ਿਆਦਾਤਰ ਪਾਇਆ ਜਾਂਦਾ ਹੈ। ਉਹਨਾਂ ਦੇ ਵਿੱਚ ਵੀ ਜਿੱਦਾਂ 6-7 ਇਅਰਸ ਦੀ ਏਜ ਗਰੁੱਪ ਹੈ ਨਾ, ਉਦੋਂ ਤੱਕ ਇਹ ਬਹੁਤ ਜ਼ਿਆਦਾ ਹੁੰਦਾ ਹੈ। ਕੋਈ ਵੀ ਚੀਜ਼ ਦੇ ਵਿੱਚ ਉਹਨਾਂ ਦੇ ਕੰਟੈਕਟ ਦੇ ਆਉਣ ਨਾਲ, ਕੋਈ ਓਵਰ ਯੂਜ਼ ਆਫ ਸ਼ੈਂਪੂਜ਼ ਐਂਡ ਸੋਪਸ ਦੇ ਨਾਲ ਕਈ ਬੱਚਿਆਂ ਨੂੰ ਇਹ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ ਹੈ। ਤਾਂ ਉਹਨਾਂ ਦਾ ਵੀ ਦੋਸ਼ਾਂ ਨੂੰ ਸਮਾਵਸਥਾ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਬੱਚਿਆਂ ਵਿੱਚ ਬਹੁਤ ਕਾਮਨਲੀ ਇਹ ਰੋਗ ਪਾਇਆ ਜਾਂਦਾ ਹੈ। ਇੱਕ ਮੈਂ ਤੁਹਾਨੂੰ ਫੰਗਲ ਰੋਗ ਬਾਰੇ ਦੱਸਿਆ ਪਹਿਲੇ, ਜਿੱਦਾਂ ਫੰਗਲ ਰੋਗ ਦੇ ਵਿੱਚ ਸਾਡੀ ਸਕਿਨ ਦੇ ਉੱਪਰ ਏਦਾਂ ਹੀ ਖਾਰਿਸ਼ ਹੁੰਦੀ ਹੈ, ਚੱਕਤੇ ਬਣਦੇ ਹਨ। ਜ਼ਿਆਦਾਤਰ ਇਹ ਚੱਕਤੇ ਗੋਲ ਹੁੰਦੇ ਹਨ ਜਿਨ੍ਹਾਂ ਦੇ ਬਾਰਡਰਸ ਹੁੰਦੇ ਹਨ। ਇਹ ਸਾਡੀ ਪਹਿਚਾਨ ਹੈ ਐਗਜ਼ੀਮਾ ਤੋਂ ਡਿਫਰੈਂਟ ਇਹ ਰੋਗ ਦੇ ਵਿੱਚ, ਫੰਗਲ ਰੋਗ ਦੇ ਵਿੱਚ, ਜਿਹਦੇ ਵਿੱਚ ਜਿਹੜੇ ਚੱਕਤੇ ਹਨ ਜ਼ਿਆਦਾਤਰ ਗੋਲ ਹੈ ਔਰ ਉਹਨਾਂ ਦੇ ਬਾਰਡਰਸ ਹੈ। ਬਟ ਇਸ ਰੋਗ ਦੇ ਵਿੱਚ ਆਪਾਂ ਖਾਸ ਧਿਆਨ ਇਹ ਰੱਖਣਾ ਹੈ ਕਿ ਇਹ ਫੰਗਸ ਦੇ ਕਰਕੇ ਸਾਡੇ ਸਰੀਰ ਤੇ ਆ ਰਿਹਾ ਹੈ। ਇਹ ਇੱਕ ਦੂਸਰੇ ਤੋਂ ਸਾਨੂੰ ਆਪਣੇ ਤੌਲੀਏ, ਸਾਬਣ, ਜਿਹਨੂੰ ਫੰਗਲ ਰੋਗ ਹੈ,
ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਇਹਨਾਂ ਦੇ ਕੱਪੜੇ ਨਹੀਂ ਯੂਜ਼ ਕਰਨੇ, ਤਾਂ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਹੈ ਕਿ ਸਾਡੀ ਚੀਜ਼ਾਂ ਉਹਨਾਂ ਤੋਂ ਡਿਫਰੈਂਟ ਹੋਣ, ਕਿਉਂਕਿ ਇਹ ਇੱਕ ਦੂਸਰੇ ਤੋਂ ਵੀ ਸਪਰੈਡ ਹੋ ਜਾਂਦਾ ਹੈ। ਉਹ ਕਿਹੜੇ ਲੱਛਣ ਹੈਗੇ ਆ ਮੈਮ? ਮੰਨ ਲਓ ਕਿ ਮੇਰੀ ਸਕਿਨ ਤੇ ਕੋਈ ਧੱਫੜ ਹੋਣੇ ਸ਼ੁਰੂ ਹੋ ਗਏ ਆ, ਜਾਂ ਕਾਲੇ ਤਿਲਾਂ ਦੀ ਜਗ੍ਹਾ ਲਾਲ ਤਿਲ ਹੋਣੇ ਸ਼ੁਰੂ ਹੋ ਗਏ ਆ, ਉਹ ਕਿਹੜੇ ਲੱਛਣ ਆ ਵੀ ਜਦੋਂ ਸਾਨੂੰ ਪਤਾ ਲੱਗੇ ਵੀ ਹਾਂ ਇਹ ਕੁਝ ਅਲਰਜੀ ਦਾ ਰੂਪ ਬਣਦਾ ਜਾ ਰਿਹਾ ਹੈ? ਕਿਉਂਕਿ ਮੇਨਲੀ ਸਾਨੂੰ ਹੁੰਦਾ ਵੀ ਕਈ ਵਾਰੀ ਗਰਮੀ ਕਰਕੇ ਹੋ ਗਿਆ, ਜਾਂ ਅਸੀਂ ਬਾਹਰ ਗਏ ਸੀ ਤਾਂ ਹੋ ਗਿਆ, ਤੇ ਅਸੀਂ ਜ਼ਿਆਦਾ ਬੌਦਰ ਨਹੀਂ ਕਰਦੇ। ਕਦੋਂ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਹਾਂ ਹੁਣ ਬੌਦਰ ਕਰਨ ਦੀ ਲੋੜ ਹੈ? ਦੇਖੋ ਜੀ, ਅਗਰ ਤੁਹਾਨੂੰ ਕੋਈ ਚਮੜੀ ਦਾ ਰੋਗ ਹੈ ਜਿਹੜਾ ਕਾਫੀ ਲੰਬੇ ਸਮੇਂ ਤੱਕ ਬਣਿਆ ਹੋਇਆ ਹੈ, ਇੱਕ ਵਾਰੀ ਹੋ ਕੇ ਤੁਹਾਨੂੰ ਬਾਰ-ਬਾਰ ਹੋ ਰਿਹਾ ਹੈ, ਜਿੱਦਾਂ ਤੁਸੀਂ ਧੱਫੜਾਂ ਦੀ ਗੱਲ ਕੀਤੀ, ਤਾਂ ਇਹ ਇੱਕ ਅਰਟੀਕੇਰੀਆ ਆਮ ਤੌਰ ਤੇ ਪਾਇਆ ਜਾਣ ਵਾਲਾ ਐਲਰਜਿਕ ਡਿਸਆਰਡਰ ਹੈ ਸਕਿਨ ਦਾ, ਜਿਹਦੇ ਵਿੱਚ ਚਮੜੀ ਦੇ ਉੱਪਰ ਲਾਲ ਧੱਫੜ ਬਣ ਜਾਂਦੇ ਹਨ। ਉਹ ਚੱਕਤੇ ਜਿਹੜੇ ਉਭਰੇ ਹੋਏ ਹੁੰਦੇ ਹਨ, ਡਿਫਿਊਜ਼ ਵੀ ਹੋ ਸਕਦੇ ਹਨ। ਇਹ ਧੱਫੜ ਤੁਹਾਡੇ ਆਉਂਦੇ ਹਨ ਔਰ ਬਾਡੀ ਚੋਂ ਕੁਝ ਦੇਰ ਬਾਅਦ ਗਾਇਬ ਹੋ ਜਾਂਦੇ ਹਨ, ਠੀਕ ਹੈ। ਬਟ ਇੱਕ ਵਾਰੀ ਤੁਹਾਡੇ ਕਿਸੇ ਕਾਰਨ ਕੁਝ ਖਾਣ ਪਾਨ ਜਾਂ ਪਾਨ ਦੇ ਨਾਲ, ਕੋਈ ਕੱਪੜਾ ਪਾਨ ਦੇ ਨਾਲ ਅਗਰ ਇਹ ਧੱਫੜ ਤੁਹਾਨੂੰ ਹੋਏ ਔਰ ਗਾਇਬ ਹੋ ਗਏ, ਫਿਰ ਤਾਂ ਕੋਈ ਟੈਨਸ਼ਨ ਨਹੀਂ ਹੈ। ਪਰ ਅਗਰ ਤੁਹਾਨੂੰ ਬਾਰ-ਬਾਰ ਹੋ ਰਹੇ ਹਨ ਔਰ ਉਹਦੇ ਕਰਕੇ ਤੁਹਾਨੂੰ ਕੋਈ ਸਟੀਰੋਇਡ ਜਾਂ ਐਂਟੀ ਐਲਰਜਿਕ ਵਰਗੀਆਂ ਡੇਂਜਰਸ ਮੈਡੀਸਿਨਸ ਬਾਰ-ਬਾਰ ਖਾਣੀਆਂ ਪੈ ਰਹੀਆਂ, ਤਾਂ ਇਹਦਾ ਮਤਲਬ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ ਔਰ ਆਪਣਾ ਟ੍ਰੀਟਮੈਂਟ ਲੈਣ ਦੀ ਲੋੜ ਹੈ, ਔਰ ਉਹਨੂੰ ਪੱਕੇ ਤੌਰ ਤੇ ਜੜੋਂ ਸਹੀ ਕਰਨ ਦੀ ਲੋੜ ਹੈਗੀ ਜੀ। ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਵੀ ਇਹ ਵਾਰ-ਵਾਰ ਨਾ ਹੁੰਦਾ ਹੋਵੇ, ਇਹ ਥੋੜੀ ਜਿਹੀ ਯਾਦਾਸ਼ਤ ਚ ਰੱਖਣਾ ਚਾਹੀਦਾ। ਬਿਲਕੁਲ ਬਿਲਕੁਲ। ਕਈਆਂ ਨੂੰ ਮੈਮ ਹੁੰਦਾ, ਇਹ ਮੈਂ ਇੱਕ ਦਿਨ ਆਪਣੀ ਦੋਸਤ ਨਾਲ ਕੁਝ ਖਾਣ ਪੀਣ ਗਈ ਤੇ ਅਸੀਂ ਮਸ਼ਰੂਮ ਸੂਪ ਜਿਹੜਾ ਉਹ ਆਰਡਰ ਕਰ ਲਿਆ। ਹਾਂਜੀ। ਤੇ ਮੈਨੂੰ ਨਹੀਂ ਸੀ ਪਤਾ ਵੀ ਉਹਨੂੰ ਮਸ਼ਰੂਮ ਤੋਂ ਐਲਰਜੀ ਹੈ। ਹਾਂਜੀ, ਖਾਣ ਪੀਣ ਦੀਆਂ ਇਹਨਾਂ ਚੀਜ਼ਾਂ ਤੋਂ ਐਲਰਜੀ ਹੋ ਜਾਂਦੀ ਹੈ। ਬਿਲਕੁਲ। ਉਹ ਕੀ ਚੀਜ਼ ਹੁੰਦੀ ਆ ਤੇ ਕਿਹੜੀਆਂ ਕੋਈ ਖਾਸ ਖਾਣ ਪੀਣ ਦੀਆਂ ਚੀਜ਼ਾਂ 'ਚ ਹੁੰਦੀ ਆ ਵੀ ਜਿਸ ਤੋਂ ਐਲਰਜੀ ਹੋ ਜਾਂਦੀ ਹੈ, ਜਾਂ ਸਾਡੀ ਬਾਡੀ ਦੇ ਹਿਸਾਬ ਨਾਲ ਉਹ ਰਿਐਕਟ ਕਰਦੀਆਂ? ਨਹੀਂ ਜੀ ਨਹੀਂ, ਇਸ ਤਰ੍ਹਾਂ ਨਹੀਂ ਹੈ। ਬਹੁਤ ਸਾਰੀਆਂ ਖਾਣ ਵਾਲੀਆਂ ਏਦਾਂ ਦੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਬਹੁਤ ਸਾਰੇ ਪੇਸ਼ੈਂਟਸ ਨੂੰ ਉਹਨਾਂ ਤੋਂ ਐਲਰਜੀ ਹੁੰਦੀ ਹੈ। ਜਿੱਦਾਂ ਮਸ਼ਰੂਮਸ ਦੀ ਤੁਸੀਂ ਗੱਲ ਕੀਤੀ, ਬਹੁਤ ਸਾਰੇ ਪੇਸ਼ੈਂਟਸ ਨੂੰ ਪੀਨਟਸ ਤੋਂ ਐਲਰਜੀ ਹੁੰਦੀ, ਮੂੰਗਫਲੀ ਤੋਂ। ਬਹੁਤ ਸਾਰੇ ਪੇਸ਼ੈਂਟਸ ਨੂੰ ਵੀਟ ਤੋਂ ਐਲਰਜੀ ਹੁੰਦੀ ਹੈ। ਬਹੁਤ ਸਾਰੇ ਪੇਸ਼ੈਂਟਸ ਕਣਕ ਨੂੰ ਪਚਾ ਹੀ ਨਹੀਂ ਪਾਉਂਦੇ। ਸਾਡੇ ਕੋਲ ਏਦਾਂ ਦੇ ਪੇਸ਼ੈਂਟਸ ਵੀ ਆਉਂਦੇ ਹਨ ਜਿਨ੍ਹਾਂ ਨੂੰ ਚਮੜੀ ਦੀ ਐਲਰਜੀ ਹੁੰਦੀ ਹੈ। ਦਵਾਈਆਂ ਦੇ ਡਾਕਟਰ ਕੋਲ ਜਾਂਦੇ ਹਨ ਤਾਂ ਉਹ ਚਮੜੀ ਦਾ ਇਲਾਜ ਕਰਨ ਵਾਸਤੇ ਉਹਨਾਂ ਨੂੰ ਸਟੀਰੋਇਡਸ ਦੀ ਕਰੀਮ, ਸਟੀਰੋਇਡਸ ਦੇ ਐਪਲੀਕੇਸ਼ਨਸ, ਐਂਟੀ ਐਲਰਜਿਕਸ ਖਾਣ ਵਾਸਤੇ, ਸਟੀਰੋਇਡ ਖਾਣ ਵਾਸਤੇ ਦੇਈ ਜਾ ਰਹੇ ਹਨ। ਬਟ ਬਾਅਦ ਚੋਂ ਸਾਨੂੰ ਇਹ ਪਤਾ ਚੱਲਦਾ ਹੈ ਟ੍ਰੀਟਮੈਂਟ ਦੇ ਦੌਰਾਨ ਕਿ ਬੇਸਿਕਲੀ ਉਹਨਾਂ ਨੂੰ ਵੀਟ ਤੋਂ ਐਲਰਜੀ ਹੈ। ਆਪਾਂ ਉਹਨਾਂ ਦੀ ਵੀਟ ਬੰਦ ਕਰਦੇ ਹਾਂ ਤਾਂ ਉਹਨਾਂ ਨੂੰ ਚਮੜੀ ਦੀ ਐਲਰਜੀ ਬਿਲਕੁਲ ਠੀਕ ਹੋ ਜਾਂਦੀ ਹੈ। ਤੇ ਐਦਾਂ ਦੇ ਹੀ ਬਹੁਤ ਸਾਰੇ ਪੇਸ਼ੈਂਟਸ ਹੈ ਜਿਨ੍ਹਾਂ ਨੂੰ ਦੁੱਧ ਦਹੀਂ ਤੋਂ ਐਲਰਜੀ ਹੈ, ਉਹ ਦੁੱਧ ਹੀ ਨਹੀਂ ਪਚਾ ਪਾਉਂਦੇ, ਜਿਹਦੇ ਕਰਕੇ ਉਹਨਾਂ ਨੂੰ ਜਾਂ ਸਕਿਨ ਦੀ ਜਾਂ ਰੈਸਪੀਰੇਟਰੀ ਐਲਰਜੀਜ਼ ਹੋ ਜਾਂਦੀ ਹੈ, ਮਤਲਬ ਸਾਹ ਦੀਆਂ ਐਲਰਜੀਜ਼ ਜਾਂ ਚਮੜੀ ਦੀਆਂ ਐਲਰਜੀਜ਼। ਇਹ ਹੁਣ ਆਯੁਰਵੇਦ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਖ ਵੈਗੁਨਿਆ, ਆਯੁਰਵੇਦ ਚ ਕਹਿੰਦੇ ਖ ਵੈਗੁਨਿਆ, ਕਿ ਤੁਹਾਡੀ ਬਾਡੀ ਤੁਹਾਨੂੰ ਕਿਹੜੇ ਪੈਸੇ ਲੈ ਕੇ ਜਾਂਦੀ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਐਲਰਜੀ ਦਿੰਦੀ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਤਕਲੀਫ ਦਿੰਦੀ ਹੈ। ਜਿਹੜੇ ਪਾਸੇ ਤੁਹਾਡੀ ਬਾਡੀ ਦੇ ਵਿੱਚ ਵੈਗੁਨਿਆ ਡੈਫੀਸ਼ੀਐਂਸੀ ਹੈ, ਬਾਡੀ ਦੇ ਵਿੱਚ ਉਸ ਪਾਸੇ ਜਾ ਕੇ ਉਹਨੇ ਐਗਜ਼ਿਬਿਟ ਕਰਨਾ। ਅੱਛਾ, ਕਿਸੇ ਨੂੰ ਵੀਟ ਖਾਣ ਨਾਲ ਰੈਸਪੀਰੇਟਰੀ ਐਲਰਜੀ ਹੋ ਰਹੀ ਹੈ, ਕਿਸੇ ਨੂੰ ਵੀਟ ਖਾਣ ਨਾਲ ਸਕਿਨ ਐਲਰਜੀ ਹੋ ਰਹੀ ਹੈ। ਸੋ ਖ ਵੈਗੁਨਿਆ ਕਿੱਧਰ ਹੈ, ਉਧਰ ਜਾ ਕੇ ਪ੍ਰੋਬਲਮ ਹੋਏਗੀ। ਠੀਕ ਹੈ ਜੀ। ਹੁਣ ਕਿਉਂਕਿ ਤੁਸੀਂ ਐਲਰਜੀਜ਼ ਦੀ ਗੱਲ ਕਰ ਰਹੇ ਹੋ, ਤਾਂ ਐਲਰਜੀਜ਼ ਵਿੱਚ ਸਭ ਤੋਂ ਪਹਿਲੇ ਮੈਂ ਡਿਸਕਸ ਕੀਤੀ, ਜਿੱਦਾਂ ਤੁਸੀਂ ਅਰਟੀਕੇਰੀਆ ਦਾ ਕੇਸ ਡਿਸਕਸ ਕੀਤਾ, ਉਹ ਅਰਟੀਕੇਰੀਆ ਆ ਗਈ। ਅਰਟੀਕੇਰੀਆ ਮਤਲਬ ਜਿਹਦੇ ਦੇ ਸਕਿਨ ਦੇ ਉੱਪਰ ਛੋਟੇ ਛੋਟੇ ਧੱਫੜ ਹੋਏ, ਗਾਇਬ ਹੋਏ, ਦੂਜੇ ਦਿਨ ਫੇਰ ਆ ਗਏ, ਤੀਜੇ ਦਿਨ ਫੇਰ ਆ ਗਏ। ਇਹਦਾ ਮਤਲਬ ਹੈ ਕਿ ਕੋਈ ਨਾ ਕੋਈ ਚੀਜ਼ ਆਪਾਂ ਏਦਾਂ ਦੀ ਕਰ ਰਹੇ ਹਾਂ ਜਾਂ ਖਾ ਰਹੇ ਹਾਂ ਜਾਂ ਪਾ ਰਹੇ ਹਾਂ, ਜਿਹਦੇ ਕਰਕੇ ਸਾਨੂੰ ਦੁਬਾਰਾ ਅਰਟੀਕੇਰੀਆ ਆ ਰਿਹਾ ਹੈ। ਅਰਟੀਕੇਰੀਆ ਮਤਲਬ ਛਪਾਕੀ, ਹਾਈਵਸ, ਔਰ ਆਯੁਰਵੇਦ ਦੇ ਵਿੱਚ ਸ਼ੀਤ ਪਿੱਤ। ਜੇ ਆਪਾਂ ਦੋਸ਼ਾਂ ਦੀ ਗੱਲ ਕਰੀਏ ਤਾਂ ਅਰਟੀਕੇਰੀਆ ਯਾਨੀ ਕਿ ਸ਼ੀਤ ਪਿੱਤ, ਛਪਾਕੀ ਦੇ ਵਿੱਚ ਸਾਡੇ ਪਿੱਤ ਦੀ ਪ੍ਰਧਾਨਤਾ ਹੁੰਦੀ ਹੈ। ਆਯੁਰਵੇਦ ਦੇ ਵਿੱਚ 3 ਦੋਸ਼ ਹੁੰਦੇ ਆ। ਜ਼ਿਆਦਾਤਰ ਜਿਹੜੇ ਸਕਿਨ ਦੇ ਦੋਸ਼ ਹੈ ਉਹ ਵਾਤ, ਪਿੱਤ, ਕਫ, ਤਿੰਨੋਂ ਦੋਸ਼ਾਂ ਦੇ ਵਿਟੀਏਸ਼ਨ ਕਰਕੇ, ਮਤਲਬ ਇਹਨਾਂ ਦੀ ਜਿਹੜੀ ਲੈਵਲ ਹੈ, ਇਹਨਾਂ ਦਾ ਜਿਹੜਾ ਬੈਲੈਂਸ ਹੈ, ਅਗਰ ਉਹ ਵਿਗੜ ਗਿਆ ਤਾਂ ਉਹਦੇ ਕਰਕੇ ਇਹ ਜ਼ਿਆਦਾ ਰੋਗ ਹੁੰਦੇ ਹੈ, ਚਮੜੀ ਦੇ ਰੋਗ। ਪਰ ਰਕਤ ਧਾਤੂ ਵੀ ਨਾਲ ਇਨਵੋਲਵਡ ਹੁੰਦਾ ਹੈ, ਜਿਹਦੇ ਕਰਕੇ ਇਹ ਸਕਿਨ ਡਿਜ਼ੀਜ਼ਸ। ਰਕਤ ਧਾਤੂ ਮਤਲਬ ਸਾਡੇ ਬਲੱਡ ਦੇ ਵਿੱਚ ਵੀ ਇਦਾਂ ਦੇ ਟੌਕਸਿਨਸ, ਇਦਾਂ ਦੇ ਕੋਤ ਇਕੱਠੇ ਹੋ ਗਏ ਹਨ, ਜਿਹਦੇ ਕਰਕੇ ਸਾਡੇ ਇਹ ਦੋਸ਼ਾਂ ਦੇ ਨਾਲ ਮਿਲ ਕੇ ਸਾਡੀ ਬਾਡੀ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਰਹੇ ਹਨ। ਸੋ ਜਦੋਂ ਆਪਾਂ ਆਯੁਰਵੇਦ ਦੇ ਵਿੱਚ ਟ੍ਰੀਟਮੈਂਟ ਕਰਦੇ ਹਾਂ ਸਕਿਨ ਡਿਜ਼ੀਜ਼ਸ ਦਾ, ਤਾਂ ਆਪਾਂ ਰਕਤ ਧਾਤੂ
ਦੀ ਜੀ। ਸ਼ੁੱਧੀ ਕਰਦੇ ਹੋਏ, ਬਲੱਡ ਨੂੰ Okay. ਪਿਉਰੀਫਾਈ ਕਰਦੇ ਹੋਏ ਦੋਸ਼ਾਂ ਨੂੰ ਸਮ ਅਵਸਥਾ ਵਿੱਚ ਲੈ ਕੇ ਜਾਣਾ ਹੈ, ਮਤਲਬ ਉਹਨਾਂ ਨੂੰ ਬੈਲੈਂਸ ਕਰਨਾ ਹੈ, ਤਾਂ ਹੀ ਇਹ ਪ੍ਰੋਬਲਮ ਸਹੀ ਹੋਏਗੀ। ਜੀ। ਤੇ ਕਈ ਵਾਰੀ ਮੈਮ ਬਹੁਤ ਸਾਰੇ ਮਿਥਸ ਵੀ ਨੇ ਇਸ ਚੀਜ਼ ਨੂੰ ਲੈ ਕੇ ਨਾ। ਹਮ, ਕਈ ਲੋਕ ਕਹਿੰਦੇ ਜੀ ਜਿਨ੍ਹਾਂ ਦੀ ਸਾਂਵਲੀ ਸਕਿਨ ਆ ਉਹਨਾਂ ਨੂੰ ਘੱਟ ਡਿਜ਼ੀਜ਼ਸ ਹੁੰਦੀਆਂ ਨੇ, ਜਿਨ੍ਹਾਂ ਦੀ ਗੋਰੀ ਆ ਉਹਨਾਂ ਨੂੰ ਜ਼ਿਆਦਾ ਹੋ ਜਾਂਦੀਆਂ ਨੇ। ਕਈ ਲੋਕਾਂ ਨੂੰ ਹੁੰਦਾ ਵੀ ਘਰ ਵਿੱਚ ਕੋਈ ਪੈਟ ਰੱਖਿਆ ਉਹਦੇ ਤੋਂ ਅਲਰਜੀ ਹੋ ਗਈ। ਤੁਹਾਡੇ ਕੋਲ ਕਿਸ ਤਰ੍ਹਾਂ ਦੇ ਮਤਲਬ ਪੇਸ਼ੈਂਟ ਆਉਂਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਕੁਝ ਨਵਾਂ ਪਤਾ ਲੱਗਦਾ ਵੀ ਅੱਛਾ ਇਸ ਚੀਜ਼ ਕਰਕੇ ਵੀ ਅਲਰਜੀ ਹੋ ਸਕਦੀ ਹੈ? ਹਾਂਜੀ, ਇਹ ਤਾਂ ਦੇਖੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੀ ਹੈ, ਐਨੀਮਲ ਡੈਂਡਰ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ। ਉਹ ਐਨੀਮਲ ਦੇ ਜਿਹੜੇ ਵਾਲ ਹੈ ਜਾਂ ਉਹਨਾਂ ਦੇ ਸਲਾਈਵਾ ਤੋਂ ਜਾਂ ਉਹਨਾਂ ਦੇ ਵਿੱਚ ਮਾਈਟਸ ਹੈ, ਬਹੁਤ ਸਾਰੇ ਰੀਜ਼ਨਸ ਹੋ ਜਾਂਦੇ ਹਨ ਜੀ। ਜਿਨ੍ਹਾਂ ਕਰਕੇ ਐਨੀਮਲਸ ਤੋਂ ਐਲਰਜੀ ਹੁੰਦੀ ਹੈ। ਬਰਾਊਨ ਸਕਿਨ ਔਰ ਫੇਅਰ ਸਕਿਨ, ਡੈਫੀਨੇਟਲੀ ਜਿਹੜੀ ਬਰਾਊਨ ਸਕਿਨ ਹੋਏਗੀ, ਜਿਹੜੀ ਇੰਡੀਅਨ ਸਕਿਨ ਹੈ ਉਹ ਜ਼ਿਆਦਾਤਰ ਬਰਾਊਨ ਸਕਿਨ ਦੇ ਵਿੱਚ ਆ ਗਈ ਤਾਂ ਇਹਦਾ ਮਤਲਬ ਹੈ ਉਹਦਾ ਡਿਫੈਂਸ ਮੈਕੈਨਿਜ਼ਮ ਸਟਰੋਂਗ ਹੋਏਗਾ, ਉਹਦੀ ਸਕਿਨ ਦੀ ਰੋਗਾਂ ਨਾਲ ਲੜਨ ਦੀ क्षमता ਵਧੀ ਹੋਏਗੀ। ਜੀ। ਬਟ ਹੋ ਕੀ ਰਿਹਾ ਹੈ ਅੱਜ ਕੱਲ੍ਹ, ਜਿਹੜਾ ਕਿ ਆਇਰਨੀ ਹੈ, ਜਿਹੜੀ ਕਿ ਮਤਲਬ ਵਰਸਟ ਪ੍ਰੋਬਲਮ ਹੈ, ਉਹ ਹੈ ਕਿ ਸਾਡੀ ਮੋਟੀ ਚਮੜੀ, ਸਾਡੀ ਸਭ ਦੀ ਅੱਛੀ ਡਿਫੈਂਸ ਮੈਕੈਨਿਜ਼ਮ ਹੈ, ਬਟ ਸਾਰੇ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਹਨ ਉਹਨਾਂ ਨੇ ਇੰਨਾ ਜ਼ਿਆਦਾ ਯੂਸੇਜ ਆਫ ਸਟੀਰੋਇਡਲ ਕਰੀਮਸ, ਆਪਣੀ ਚਮੜੀ ਤੇ ਸਟੀਰੋਇਡਲ ਕਰੀਮਸ ਲਗਾ ਕੇ ਚਮੜੀ ਨੂੰ ਇੰਨਾ ਵੀਕ ਕੀਤਾ ਹੁੰਦਾ ਹੈ ਕਿ ਜਦੋਂ ਉਹ ਬਾਈ ਦਾ ਟਾਈਮ ਉਹ ਸਾਡੇ ਕੋਲ ਆਉਂਦੇ ਹੈ ਤਾਂ ਉਹਨਾਂ ਨੇ ਇੰਨਾ ਪਤਲੀ ਚਮੜੀ ਕੀਤੀ ਹੁੰਦੀ ਕਿ ਆਪਾਂ ਉਹਨਾਂ ਨੂੰ ਬਹੁਤ ਅੱਛੇ ਰਿਜ਼ਲਟਸ ਕਈ ਵਾਰੀ ਨਹੀਂ ਦੇ ਪਾਉਂਦੇ, ਸਾਨੂੰ ਜ਼ਿਆਦਾ ਟਾਈਮ ਲੱਗਦਾ ਹੈ। ਸੋ ਜਿੰਨੀ ਜਲਦੀ ਇੰਨੀ ਜ਼ਬਰਦਸਤ ਸਾਲ 2-2 ਸਾਲ ਕਿਉਂ ਉਹ ਸਟੀਰੋਇਡਸ ਖਾਂਦੇ ਆ ਔਰ ਲਗਾਉਂਦੇ ਆ? ਸਟੀਰੋਇਡਸ ਜਦੋਂ ਲਗਾਏਗਾ ਪੇਸ਼ੈਂਟ, ਇੱਕ ਦਿਨ ਦੇ ਵਿੱਚ ਪ੍ਰੋਬਲਮ ਗਾਇਬ ਹੋ ਜਾਣੀ ਹੈ ਦੇਖੋ, ਪਰ ਫਿਰ ਵਾਪਸ ਆ ਜਾਏਗੀ, ਫਿਰ ਉਹ ਦੁਬਾਰਾ ਲਗਾਉਣਗੇ। ਏਦਾਂ ਕਰਦੇ ਕਰਦੇ ਇਸ ਪ੍ਰੋਸੈਸ ਦੇ ਵਿੱਚ ਚਮੜੀ ਨੂੰ ਉਹਨਾਂ ਨੇ ਬਿਲਕੁਲ ਪਤਲੀ ਕਰ ਦਿੰਦੇ ਆ, ਡਿਫੈਂਸ ਮੈਕੈਨਿਜ਼ਮ ਵੀਕ ਹੋ ਜਾਂਦਾ ਹੈ। ਤੇ ਤੁਹਾਡੇ ਕੋਲ ਜਦੋਂ ਪੇਸ਼ੈਂਟਸ ਆਉਂਦੇ ਨੇ, ਕੀ ਇਹ ਵੀ ਹੋ ਜਾਂਦਾ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਕਰੀਮਾਂ ਲਗਾ ਕੇ ਇੰਨੀ ਪਤਲੀ ਕੀਤੀ ਹੁੰਦੀ ਹੈ, ਕੁਝ ਦਵਾਈਆਂ ਵੀ ਇਹੋ ਜਿਹੀਆਂ ਖਾਧੀਆਂ ਹੁੰਦੀਆਂ ਨੇ? ਐਲੋਪੈਥੀ ਦੇ ਵਿੱਚ ਕਿਹੜੀਆਂ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਆਯੁਰਵੈਦ ਦੇ ਵਿੱਚ ਬਿਲਕੁਲ ਕੋਈ ਮਤਲਬ ਬਿਲਕੁਲ ਕੋਈ ਕਾਰਨ ਨਹੀਂ ਬਣਦਾ ਵੀ ਆਯੁਰਵੈਦ ਦੇ ਵਿੱਚੋਂ ਇਹ ਗਲਤੀ ਹੋ ਜਾਵੇ? ਆਯੁਰਵੈਦ ਕਿਵੇਂ ਉਸ ਚੀਜ਼ ਦਾ ਇਲਾਜ ਕਰਦਾ ਤੇ ਕਿਵੇਂ ਬੈਟਰ ਹੈ ਐਲੋਪੈਥੀ ਤੋਂ? ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਜਿਹੜੀ ਐਲੋਪੈਥਿਕ ਮੈਡੀਸਿਨਸ ਹੈ, ਮਾਡਰਨ ਮੈਡੀਸਿਨਸ, ਉਹਨਾਂ ਦੇ ਵਿੱਚ ਪੇਸ਼ੈਂਟਸ ਨੂੰ ਸਟੀਰੋਇਡਸ ਦਿੱਤੇ ਜਾਂਦੇ ਹਨ। ਜੀ। ਸਟੀਰੋਇਡਸ ਕੁਝ ਸਮੇਂ ਵਾਸਤੇ ਦੇਣਾ, ਜਿਹਦੇ ਵਿੱਚ ਬਾਡੀ ਨੂੰ ਆਪਾਂ ਸੇਵ ਕਰਨ ਲਈ ਦੇ ਰਹੇ ਹਾਂ, ਠੀਕ ਹੈ, ਇਟ ਇਜ਼ ਅ ਗੁੱਡ ਥਿੰਗ ਟੂ ਹੈਵ, ਬਟ ਓਨਲੀ ਵਾਂਸ ਇਨ ਅ ਵਾਈਲ, ਕਿ ਜਦੋਂ ਬਹੁਤ ਜ਼ਰੂਰਤ ਹੈ। ਬਟ ਜਦੋਂ ਆਪਾਂ ਦਿੱਤਾ ਔਰ ਉਹਨੂੰ ਕੰਟੀਨਿਊਸਲੀ ਆਪਾਂ ਲੰਬੇ ਸਮੇਂ ਵਾਸਤੇ ਯੂਜ਼ ਕਰਦੇ ਰਹੇ, ਜੋ ਕਿ ਸਕਿਨ ਦੇ ਪੇਸ਼ੈਂਟਸ ਵਿੱਚ ਕੀਤਾ ਜਾਂਦਾ ਹੈ, ਨਾਲ ਐਂਟੀ ਐਲਰਜਿਕਸ ਦਿੱਤੇ ਜਾਂਦੇ ਹਨ। ਜਦੋਂ ਆਪਾਂ ਉਹਨਾਂ ਨੂੰ ਲੰਬੇ ਸਮੇਂ ਵਾਸਤੇ ਯੂਜ਼ ਕਰਦੇ ਹਾਂ ਤਾਂ ਇੱਕ ਤਾਂ ਸਕਿਨ ਪਤਲੀ ਹੋ ਜਾਂਦੀ ਹੈ। ਜਦੋਂ ਖਾਣ ਵਾਸਤੇ ਉਹਨਾਂ ਨੂੰ ਲੰਬੇ ਸਮੇਂ ਲਈ ਯੂਜ਼ ਕਰਦੇ ਹਾਂ ਤਾਂ ਪੇਸ਼ੈਂਟ ਦੇ ਵਿੱਚ ਥੋੜਾ weight gain ਹੋ ਜਾਂਦਾ, ਵਾਟਰ ਰਿਟੈਂਸ਼ਨ ਹੋ ਜਾਂਦੀ ਹੈ, ਐਂਡ ਲੌਂਗ ਟਰਮ ਯੂਜ਼ ਦੇ ਨਾਲ ਡਾਇਬੀਟੀਜ਼ ਔਰ ਹਾਈਪਰਟੈਂਸ਼ਨ, ਮਤਲਬ ਬੀਪੀ ਵਧਣਾ ਔਰ ਸ਼ੂਗਰ ਹੋਣਾ ਸ਼ੁਰੂ ਹੋ ਜਾਂਦਾ ਹੈ। ਬਾਡੀ ਇੰਨੀ ਵੀਕ ਹੋਈ ਹੁੰਦੀ ਹੈ ਕਿ ਉਹਨੂੰ ਦੁਬਾਰਾ ਇੱਕ ਪਲਾਂਟ ਬੇਸਡ ਹਰਬਲ ਮੈਡੀਸਨ ਨਾਲ ਰੀਸਟਾਰਟ ਕਰਨ ਵਾਸਤੇ ਸਾਡੀ ਬਹੁਤ ਐਫਰਟ ਲੱਗਦੀ ਹੈ। ਇਸ ਲਈ ਮੇਰਾ ਪੇਸ਼ੈਂਟਸ ਵਾਸਤੇ ਹਮੇਸ਼ਾ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਹੁਣ ਦੇਖੋ ਇੰਡੀਆ ਦੇ ਵਿੱਚ ਸਾਡੀ ਆਪਣੀ ਪੈਥੀ ਹੈ ਆਯੁਰਵੈਦਿਕ, ਹੈ ਨਾ, ਲੋਕਾਂ ਦੇ ਵਿੱਚ ਹੁਣ ਤਾਂ ਅਵੇਅਰਨੈਸ ਵੀ ਹੈ। ਆਪਾਂ ਵੀ ਕੰਟੀਨਿਊਸਲੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਲੋਕਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਫੈਲਾਈਏ ਕਿ ਇੰਨਾ ਹਾਰਸ਼ ਯੂਜ਼ ਆਫ ਸਟੀਰੋਇਡਸ ਔਰ ਐਂਟੀ ਐਲਰਜਿਕਸ ਨਾ ਕਰੋ ਔਰ ਜਲਦੀ ਆਪਣੀ ਆਯੁਰਵੈਦਿਕ ਮੈਡੀਸਨ ਤੇ ਸਵਿਚ ਓਵਰ ਹੋਵੋ, ਜਿਹਦੇ ਨਾਲ ਕਿ ਤੁਸੀਂ ਆਪਣੇ ਦੋਸ਼ਾਂ ਨੂੰ ਸ਼ਾਂਤ ਕਰਦੇ ਹੋਏ ਆਪਣੇ ਖੂਨ ਨੂੰ ਸਾਫ਼ ਕਰੋ ਆਯੁਰਵੈਦਿਕ ਵੇ ਨਾਲ, ਨੈਚੁਰਲ ਵੇ ਨਾਲ, ਪਲਾਂਟ ਬੇਸਡ ਵੇ ਨਾਲ। ਮੈਂ ਬਹੁਤ ਸਾਰੇ ਪੇਸ਼ੈਂਟਸ ਮੈਂ ਇਹੋ ਜਿਹਾ ਵੀ ਦੇਖੇ ਆ ਵੀ ਜਿਹੜੇ ਇਲਾਜ ਕਰਵਾ ਕੇ ਥੱਕ ਗਏ ਨੇ ਤੇ ਉਹ ਫਿਰ ਹਾਰ ਕੇ ਬੈਠ ਜਾਂਦੇ ਨੇ ਵੀ ਸਾਨੂੰ ਕੋਈ ਆਰਾਮ ਨਹੀਂ ਆਉਣਾ, ਵੀ ਹੋਰ ਜ਼ਿਆਦਾ ਚਮੜੀ ਖਰਾਬ ਹੋ ਗਈ ਹੈ, ਕਰੀਮਾਂ ਲਗਾ ਕੇ, ਦਵਾਈਆਂ ਖਾ ਕੇ ਕਿਡਨੀਜ਼ ਨੂੰ ਪ੍ਰੋਬਲਮ ਹੋ ਗਈ ਹੈ ਨਾ। ਆਰੋਗਿਅਮ ਹਸਪੀਟਲ ਕੀ 100% ਆਪਣੇ ਪੇਸ਼ੈਂਟ ਨੂੰ ਸੰਤੁਸ਼ਟ ਕਰਕੇ ਭੇਜਦਾ ਹੈ? ਕਿ ਉਹ ਦਾਵਾ ਕਰਦਾ ਹੈ, ਤੁਸੀਂ ਦਾਵਾ ਕਰਦੇ ਹੋ ਕਿ ਹਾਂ ਅਸੀਂ ਪੂਰੀ ਤਰ੍ਹਾਂ ਠੀਕ ਕਰਕੇ ਪੇਸ਼ੈਂਟ ਨੂੰ ਭੇਜਦੇ ਹਾਂ? ਜੀ ਹਾਂ, ਬਿਲਕੁਲ। ਪੇਸ਼ੈਂਟਸ ਜਦੋਂ ਸਾਡੇ ਕੋਲ ਆਉਂਦੇ ਹੈ ਉਹ ਕਾਫੀ ਡਾਊਟਫੁਲ ਹੁੰਦੇ ਹਨ, ਬਿਕੋਜ਼ ਉਹਨਾਂ ਨੇ ਕਈ ਸਾਲਾਂ ਤੋਂ ਆਪਣਾ ਮਾਡਰਨ ਜਾਂ ਐਲੋਪੈਥਿਕ ਟ੍ਰੀਟਮੈਂਟ ਕਰਵਾਇਆ ਹੁੰਦਾ ਹੈ। ਉਹ ਬਹੁਤ ਡਾਊਟਸ ਦੇ ਨਾਲ ਆਉਂਦੇ ਹਨ, ਬਟ ਬਹੁਤ ਸਾਰੇ ਪੇਸ਼ੈਂਟਸ ਬਹੁਤ ਅੱਛਾ ਰਿਲੀਫ ਲੈ ਕੇ ਜਾਂਦੇ ਹਨ। ਸੋ ਵੀ ਆਰ ਵੈਰੀ ਪ੍ਰਾਊਡ ਆਫ ਆਰ ਟ੍ਰੀਟਮੈਂਟ ਕਿ ਆਪਾਂ ਜੜ ਤੋਂ ਇਲਾਜ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਔਰ ਸਾਰੇ ਪੇਸ਼ੈਂਟਸ ਨੂੰ ਆਲਮੋਸਟ ਸਾਡੇ ਰਿਜ਼ਲਟਸ ਆਉਂਦੇ ਹਨ। ਔਰ ਯੰਗਸਟਰਸ ਜਿੱਦਾਂ ਕਿ ਮੈਂ ਗੱਲ ਕਰਾਂ ਤਾਂ ਬੱਚੇ ਬਾਹਰ ਜਾਣ ਵਾਲੇ ਹੁੰਦੇ ਹਾਂ, ਜਿਹੜੇ ਕੈਨੇਡਾ ਜਾ ਰਹੇ ਹੈ, ਜਾਂ ਕੁਝ ਬੱਚੇ ਜਿਹੜੇ
ਜਾਣ ਤੋਂ ਪਹਿਲੇ ਬੜੇ ਡਾਊਟਫੁਲ ਹੁੰਦੇ ਨੇ ਕਿ ਸਾਨੂੰ ਰਿਜ਼ਲਟ ਆਏਗਾ ਜਾਂ ਨਹੀਂ ਆਏਗਾ, ਸਾਡੇ ਇੰਨੀ ਪ੍ਰੋਬਲਮ ਹੈ, ਸਾਡੇ 3 ਮਹੀਨੇ ਬਾਅਦ ਫਲਾਈਟ ਹੈ, ਆਪਾਂ ਕਿੱਦਾਂ ਕਰੀਏ, ਹਨਾ। ਤਾਂ 3 ਮਹੀਨੇ ਦੇ ਵਿੱਚ ਜਦੋਂ ਉਹਨਾਂ ਨੂੰ ਰਿਜ਼ਲਟ ਆਉਂਦਾ ਹੈ ਤਾਂ ਫਿਰ ਆਪਣੀ ਨਾਲ ਬਾਕੀ ਦੀ ਦਵਾਈ ਨਾਲ ਵੀ ਲੈ ਜਾਂਦੇ ਹਨ ਕਿ ਆਪਾਂ ਜਾ ਕੇ ਉੱਥੇ ਵੀ ਖਾਂਦੇ ਰਵਾਂਗੇ। ਤਾਂ ਪੇਸ਼ੈਂਟਸ ਨੂੰ ਸਭ ਨੂੰ ਬਹੁਤ ਅੱਛਾ ਰਿਜ਼ਲਟ ਆਉਂਦਾ ਹੈ। ਇੱਕ ਮੇਰੇ ਕੋਲ ਥੋੜੇ ਦਿਨ ਪਹਿਲੇ ਵੀ ਇੱਕ ਬੱਚਾ ਆਇਆ ਸੀ, ਉਹਦੀ ਮਦਰ ਵੀ ਇਦਾਂ ਹੀ ਬਹੁਤ ਡਾਊਟਫੁਲ ਸੀ, 12 ਸਾਲ ਦਾ ਬੱਚਾ, ਮਲਸੀਆਂ ਤੋਂ ਪੇਸ਼ੈਂਟ ਸੀ, ਔਰ ਉਸ ਪੇਸ਼ੈਂਟ ਨੂੰ ਵੀ ਕਿੰਨੇ ਜਦੋਂ ਦਾ ਪੈਦਾ ਹੋਇਆ ਸੀ ਏਟੋਪਿਕ ਡਰਮੇਟਾਈਟਿਸ ਉਹਦਾ ਕਨਵਰਟ ਹੋ ਕੇ ਹੁਣ ਹੋਰ ਜ਼ਿਆਦਾ ਵਰਸਟ ਫਾਰਮ ਲੈ ਗਿਆ ਸੀ। ਅੱਛਾ ਜੀ। ਪਰ ਬੱਚਿਆਂ ਨੂੰ ਰਿਜ਼ਲਟ ਆਂਦਾ ਹੈ ਐਂਡ ਆਮ ਸ਼ੋਰ ਸਭ ਨੂੰ ਰਿਜ਼ਲਟ ਆਏਗਾ ਐਂਡ ਬਹੁਤ ਅੱਛੇ ਰਿਜ਼ਲਟਸ ਹਨ। ਮੈਂ ਪਿਛਲੇ 3-4 ਸਾਲ ਤੋਂ ਮਤਲਬ ਇੱਕ ਪ੍ਰੋਬਲਮ ਨਾਲ ਬਹੁਤ ਜ਼ਿਆਦਾ ਸਫਰ ਕਰ ਰਿਹਾ ਸੀਗਾ, ਠੀਕ ਆ, ਜਿਹਨੂੰ ਕਿ ਛਪਾਕੀ ਕਹਿੰਦੇ ਆ। ਤੇ ਇਹਦੇ ਨਾਲ ਇਹ ਸੀ ਕਿ ਮੇਰੀ ਬਾਡੀ ਦੇ ਵਿੱਚ ਇਨਸਾਈਡ ਬਹੁਤ ਜ਼ਿਆਦਾ ਗਰਮੀ ਸੀਗੀ, ਠੀਕ ਹੈ, ਜਿਹਦੇ ਕਾਰਨ ਅਚਾਨਕ ਮੇਰੇ ਖਾਰਿਸ਼ ਸ਼ੁਰੂ ਹੋ ਜਾਂਦੀ ਸੀਗੀ। ਤੇ ਉਸ ਖਾਰਿਸ਼ ਦੇ ਨਾਲ ਬਹੁਤ ਮਤਲਬ ਵੱਡੇ ਵੱਡੇ ਧੱਫੜ ਜਿਹੇ ਪੈ ਜਾਂਦੇ ਸੀਗੇ ਮੇਰੀ ਪੂਰੀ ਬਾਡੀ ਦੇ ਉੱਤੇ, ਠੀਕ ਆ, ਔਰ ਮੈਨੂੰ ਮਤਲਬ ਬੇਚੈਨੀ ਜਿਹੀ ਲੱਗ ਜਾਂਦੀ ਸੀ ਇੱਕਦਮ। ਤੇ ਕਾਫੀ ਸਾਰੀਆਂ ਮੈਂ ਦਵਾਈਆਂ ਮਤਲਬ ਐਲੋਪੈਥਿਕ ਹੋ ਗਈ, ਇੰਗਲਿਸ਼ ਮੈਡੀਸਨ ਹੋ ਗਈ, ਠੀਕ ਆ, ਤੇ ਯੂਜ਼ ਕੀਤੀਆਂ, ਜਿਨ੍ਹਾਂ ਦੇ ਨਾਲ ਮੈਨੂੰ ਮਤਲਬ ਕੁਝ ਟਾਈਮ ਲਈ ਫਰਕ ਰਹਿੰਦਾ ਸੀਗਾ। ਤੇ ਬਟ ਮੇਰੀ ਜਿਹੜੀ ਪ੍ਰੋਬਲਮ ਸੀਗੀ ਦਿਨ ਪਰ ਦਿਨ ਵੱਧਦੀ ਜਾਂਦੀ ਸੀਗੀ। ਤੇ ਬਾਅਦ ਵਿੱਚ ਮੈਨੂੰ ਕਿਸੇ ਮੇਰੇ ਰਿਲੇਟਿਵ ਨੇ ਦੱਸਿਆ ਕਿ ਆਰੋਗਿਅਮ ਨਾਮ ਦਾ ਹਸਪੀਟਲ ਜਲੰਧਰ ਦੇ ਵਿੱਚ, ਜਿੱਥੋਂ ਕਿ ਤੂੰ ਜਾ ਕੇ ਦਵਾਈ ਲੈ, ਠੀਕ ਹੈ। ਤਾਂ ਮੈਂ ਉਹਨਾਂ ਦੇ ਕੋਲ ਜਾ ਕੇ ਵਿਜ਼ਿਟ ਕੀਤਾ ਤੇ ਆਪਣੀ ਦਵਾਈ ਉੱਥੋਂ ਖਾਣੀ ਸ਼ੁਰੂ ਕੀਤੀ। ਤੇ ਉਹਨਾਂ ਦੀ ਦਵਾਈ ਦੇ ਨਾਲ ਮੈਨੂੰ ਕਾਫੀ ਜਲਦੀ ਇੰਪਰੂਵਮੈਂਟ ਮਿਲਣੀ ਸ਼ੁਰੂ ਹੋ ਗਈ। ਤੇ ਅੱਜ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਰੀ ਬਾਡੀ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਨਹੀਂ ਗਈ, ਔਰ ਜੋ ਮੇਰੀ ਗਰਮੀ ਵਗੈਰਾ ਸੀ ਅੰਦਰ ਉਹ ਵੀ ਬਿਲਕੁਲ ਖਤਮ ਹੋ ਚੁੱਕੀ ਆ। ਜਦੋਂ ਮੈਮ ਸਾਡੇ ਕੋਈ ਵੀ ਸਮੱਸਿਆ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੀ ਪੰਜਾਬੀਆਂ ਦੀ ਇੱਕ ਉਹ ਹੈਗਾ ਆਦਤ ਹੈਗੀ ਹੈ ਵੀ ਅਸੀਂ ਘਰੇ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕਿਸੇ ਨੇ ਦੱਸਤਾ ਜੀ ਟੀ ਟਰੀ ਆਇਲ ਲਗਾ ਲਓ, ਕਿਸੇ ਨੇ ਦੱਸਤਾ ਨਾਰੀਅਲ ਆਇਲ ਲਗਾ ਲਓ, ਹਨਾ, ਕਿ ਉਹ ਸਹੀ ਨਹੀਂ ਜਾਂ ਨਹੀਂ ਸਹੀ। ਤੇ ਜੇ ਆਯੁਰਵੇਦ ਦੀ ਟ੍ਰੀਟਮੈਂਟ ਦੀ ਗੱਲ ਕਰੀਏ ਤਾਂ ਉਹਦਾ ਵੀ ਤੁਸੀਂ ਸਾਨੂੰ ਥੋੜਾ ਜਿਹਾ ਪ੍ਰੋਸੈਸ ਦੱਸੋ। ਆਯੁਰਵੈਦਿਕ ਟ੍ਰੀਟਮੈਂਟ ਦੇਖੋ ਜਿਹੜਾ ਹੈ ਉਹਦੇ ਵਿੱਚ ਆਪਾਂ ਜ਼ਿਆਦਾਤਰ ਹਰਬਸ ਬੇਸਡ ਟ੍ਰੀਟਮੈਂਟ ਕਰਦੇ ਹਾਂ। ਹਰਬਸ ਬੇਸਡ ਟ੍ਰੀਟਮੈਂਟ ਦੇ ਵਿੱਚ ਆਪਾਂ ਅਗਰ ਫੰਗਲ ਨੂੰ ਮੈਂ ਡਿਸਕਸ ਕਰਾਂ ਤਾਂ ਆਪਾਂ ਨਾਲ ਇਮਿਊਨਿਟੀ ਨੂੰ ਵੀ ਅਪ ਰੱਖਣਾ ਹੈ, ਨਾਲ ਬਲੱਡ ਪਿਊਰੀਫਾਇਰਸ ਵੀ ਦੇਣੇ ਹੈ, ਨਾਲ ਦੋਸ਼ ਜਿਹੜਾ ਵਧਿਆ ਹੋਇਆ ਉਹਨੂੰ ਸ਼ਾਂਤ ਕਰਨ ਵਾਸਤੇ ਦਵਾਈ ਦੇਣੀ ਹੈ। ਇਮਿਊਨਿਟੀ ਨੂੰ ਅਪ ਰੱਖਣ ਵਾਸਤੇ ਅਗਰ ਘਰ ਬੈਠਾ ਕੋਈ ਪੇਸ਼ੈਂਟ ਆਪਣਾ ਇਹ ਕਰਨਾ ਚਾਹੁੰਦਾ ਸਕਿਨ ਡਿਜ਼ੀਜ਼ ਤਾਂ ਆਪਾਂ ਉਹਨਾਂ ਨੂੰ ਤੁਲਸੀ, ਮਾਲਕੰਗਨੀ, ਗਿਲੋਏ ਵਰਗੀਆਂ ਹਰਬਸ ਸਮ ਮਾਤਰਾ ਵਿੱਚ ਦਿੰਦੇ ਹਾਂ, ਜਿਹਦੇ ਨਾਲ ਉਹਨਾਂ ਦੀ ਇਮਿਊਨਿਟੀ ਕਾਫੀ ਅਪ ਰਹਿੰਦੀ ਹੈ, ਠੀਕ ਹੈ। ਬਾਕੀ ਅਗਰ ਆਪਾਂ ਹਰਬਸ ਦੀ ਗੱਲ ਕਰੀਏ ਤਾਂ ਸਾਡੇ ਕੋਲ ਚਿਤਰਖਰੀਦਕੀ ਇੱਕ ਇੱਦਾਂ ਦੀ ਮੈਡੀਸਨ ਹੈ, ਇਹ ਸ਼ਾਸਤਰੀ ਯੋਗ ਹੈ। ਇਹਦੇ ਨਾਲ ਵੀ ਸਾਡੀ ਬਾਡੀ ਕਾਫੀ ਅੱਛਾ ਦੀਪਨ ਪਾਚਨ ਜਠਰਾਗਨੀ ਇਹਦੇ ਨਾਲ ਪ੍ਰਬਲ ਰਹਿੰਦੀ ਹੈ, ਔਰ ਸਾਡੀ ਬਾਡੀ ਦੇ ਵਿੱਚ ਦੋਸ਼ ਜਿਹੜੇ ਹੈ ਅੱਛੀ ਅਵਸਥਾ 'ਚ ਰਹਿੰਦੇ ਹਨ। ਹਰਿਦਰਾ ਖੰਡ ਇੱਕ ਮਾਰਕੀਟ ਅਵੇਲੇਬਲ ਪ੍ਰੋਡਕਟ ਹੈ। ਨੀਮ ਸਭ ਨੂੰ ਪਤਾ ਹੀ ਹੈ ਕਿ ਅਵੇਲੇਬਲ ਹੈ। ਹਲਦੀ ਦਾ ਘਰ ਦੇ ਵਿੱਚ ਇਸਤੇਮਾਲ ਕਰਨਾ। ਖਦਿਰ ਇੱਕ ਬਹੁਤ ਅੱਛੀ ਹਰਬ ਹੈ ਜਿਹੜੀ ਐਂਟੀ ਪ੍ਰੋਰੇਟਿਕ ਹੈ। ਜੇ ਬਾਡੀ ਦੇ ਵਿੱਚ ਕਿਤੇ ਖਾਰਿਸ਼ ਹੋ ਰਹੀ ਹੈ ਜਾਂ ਤੁਹਾਨੂੰ ਚਮੜੀ ਦਾ ਕੋਈ ਇਦਾਂ ਦਾ ਰੋਗ ਹੈ ਤਾਂ ਤੁਸੀਂ ਖਦਿਰ ਮਾਰਕੀਟ ਚੋਂ ਲਿਆ ਕੇ ਉਹਦਾ ਵੀ ਪਾਊਡਰ ਬਣਾ ਕੇ ਸਵੇਰੇ ਸ਼ਾਮ 1/4 ਸਪੂਨ ਖਾ ਸਕਦੇ ਹੋ। ਮੰਜਿਸ਼ਠਾ ਵਰਗੀਆਂ ਹਰਬਸ ਮਾਰਕੀਟ 'ਚ ਅਵੇਲੇਬਲ ਹੈ, ਤੁਸੀਂ ਉਹਨਾਂ ਨੂੰ ਪੰਸਾਰੀ ਕੋਲੋਂ ਲਓ, ਥੋੜਾ ਬਹੁਤ ਉਹਨਾਂ ਦਾ ਕਾੜਾ ਬਣਾ ਲਓ ਜਾਂ ਪਾਊਡਰ ਫਾਰਮ 'ਚ ਬਣਾ ਕੇ ਉਹਨਾਂ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਇਹ ਮੈਂ ਤੁਹਾਨੂੰ ਉਹ ਮੈਡੀਸਿਨਸ ਦੱਸ ਰਹੀ ਹਾਂ ਜਿਹੜੀਆਂ ਤੁਸੀਂ ਘਰ ਬੈਠੇ ਸੇਫਲੀ ਲੈ ਸਕਦੇ ਹੋ, ਬਟ ਇਟ ਇਜ਼ ਆਲਵੇਜ਼ ਬੈਟਰ, ਵਧੀਆ ਰਹਿੰਦਾ ਹੈ ਜੇ ਤੁਸੀਂ ਡਾਕਟਰ ਨਾਲ ਡਿਸਕਸ ਕਰਕੇ ਟ੍ਰੀਟਮੈਂਟਸ ਲਓਗੇ ਤਾਂ ਉਹ ਤੁਹਾਡਾ ਪਹਿਲੇ ਦੋਸ਼ ਦੇਖੇਗਾ, ਪ੍ਰਕਿਰਤੀ ਦੇਖੇਗਾ, ਤੁਹਾਡੇ ਨਾਲ ਗੱਲਬਾਤ ਵੀ ਚਾਹੇ ਕਰੇਗਾ, ਪਰ ਤੁਹਾਡੇ ਸਾਰੇ ਦੋਸ਼ਾਂ ਨੂੰ ਇਵੈਲੂਏਟ ਕਰਕੇ ਹੀ ਤੁਹਾਨੂੰ ਮੈਡੀਸਨ ਦੇਗਾ। ਬਿਲਕੁਲ ਠੀਕ ਹੈ। ਸੋ ਇਹ ਸਾਰੀਆਂ ਮੈਡੀਸਿਨਸ ਮਾਰਕੀਟ ਵਿੱਚ ਅਵੇਲੇਬਲ ਹਨ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਹੋ। ਔਰ ਬਾਕੀ ਮੈਂ ਤੁਹਾਨੂੰ ਫੰਗਲ ਵਾਸਤੇ ਦੱਸ ਦਿੱਤਾ, ਇਮਿਊਨਿਟੀ ਅਪ ਕਰਨ ਲਈ। ਜੀ ਜਦੋਂ ਮੈਮ ਆਰੋਗਿਅਮ ਹਸਪੀਟਲ ਦੀ ਗੱਲ ਆਉਂਦੀ ਹੈ ਤਾਂ ਐਲਰਜੀ ਦੇ ਤੁਸੀਂ ਮਾਹਿਰ ਹੋ, ਹਨਾ, ਬਹੁਤ ਸਾਰੇ ਤੁਹਾਡੇ ਕੋਲ ਪੇਸ਼ੈਂਟਸ ਠੀਕ ਹੋ ਕੇ ਜਾਂਦੇ ਨੇ, ਪਰ ਉਹ ਕਿਹੜੀ ਗੱਲ ਹੈ ਕਿ ਜਿਹੜੀ ਤੁਹਾਡੇ ਵਿੱਚ ਬਾਕੀ ਹਸਪੀਟਲਸ ਤੋਂ ਜਾਂ ਬਾਕੀ ਡਾਕਟਰਸ ਤੋਂ ਅਲੱਗ ਹੈਗੀ ਆ ਕਿ ਜਿਹੜਾ ਤੁਹਾਡੇ ਕੋਲ ਹੀ ਪੇਸ਼ੈਂਟਸ ਆਉਣ ਤੇ ਉਹ ਤੁਹਾਡੇ ਤੱਕ ਪਹੁੰਚ ਕਿਵੇਂ ਕਰਨ? ਇਹਦੇ ਵਿੱਚ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਆਪਾਂ ਸਿਰਫ ਆਯੁਰਵੈਦਿਕ ਮੈਡੀਸਿਨਸ ਤੇ ਹੀ ਫੋਕਸ ਨਹੀਂ ਕਰਦੇ, ਆਪਾਂ ਪੇਸ਼ੈਂਟਸ ਨੂੰ ਆਹਾਰ ਔਰ ਵਿਹਾਰ ਦੋਨਾਂ ਤੇ ਫੋਕਸ ਕਰਦੇ ਹਾਂ। ਦੈਟ ਮੀਨਸ ਫੂਡ ਐਂਡ ਲਾਈਫ ਸਟਾਈਲ। ਸਾਡਾ ਖਾਣ ਪਾਨ ਕਿੱਦਾਂ ਦਾ ਹੋਣਾ ਚਾਹੀਦਾ ਹੈ, ਖਾਸ ਕਰ ਇੱਕ ਸਕਿਨ ਐਲਰਜੀ ਦੇ ਪੇਸ਼ੈਂਟਸ ਦੀ ਗੱਲ ਕਰੀਏ ਤਾਂ ਸਾਡਾ ਆਹਾਰ ਜਿਹੜਾ ਹੈ ਉਹ ਸਾਤਵਿਕ ਹੋਣਾ ਚਾਹੀਦਾ ਹੈ, ਸਾਦਾ ਹੋਣਾ ਚਾਹੀਦਾ ਹੈ,
ਜਿੰਨਾ ਆਪਾਂ ਮਿਰਚ ਮਸਾਲੇ ਵਾਲਾ ਫਾਸਟ ਫੂਡ ਖਾਵਾਂਗੇ ਉਹਨਾਂ ਚਮੜੀ ਦੇ ਰੋਗ ਵੱਧਦੇ ਜਾਣਗੇ। ਬਿਲਕੁਲ। ਸ਼ਾਕ ਭਾਜੀ ਜਿੱਦਾਂ ਕਿ ਕੀਆ, ਟਿੰਡੇ, ਤੋਰੀ, ਲੌਕੀ, ਹਲਵਾ ਕੱਦੂ ਟਾਈਪ ਜਿਹੜੀਆਂ ਸਬਜ਼ੀਆਂ ਹਨ ਉਹ ਸਕਿਨ ਵਾਸਤੇ ਬਹੁਤ ਅੱਛੀਆਂ ਰਹਿੰਦੀਆਂ। ਮੌਸਮੀ ਸਬਜ਼ੀਆਂ। ਹਾਂਜੀ, ਮੇਨਲੀ ਸ਼ਾਕ ਭਾਜੀ, Okay, ਕਿਉਂਕਿ okay. ਇਹ ਜਿਹੜੀਆਂ ਸਬਜ਼ੀਆਂ ਹਨ ਇਹ ਕਿਸੇ ਵੀ ਦੋਸ਼ ਨੂੰ ਜ਼ਿਆਦਾ ਵਧਾਉਂਦੀਆਂ ਨੇ। ਵਧਾਉਂਦੀਆਂ ਨੇ। ਜਿੱਦਾਂ ਅਗਰ ਇਹਦੇ ਵਿੱਚ ਮੌਸਮੀ ਸਬਜ਼ੀ ਤਾਂ ਅਰਬੀ ਵੀ ਹੈ, ਜੀ, ਬਟ ਜੀ। ਅਰਬੀ ਪਿੰਡੀ ਟਾਈਪ ਥੋੜੇ ਕਫਕਾਰਕ ਹੈ। ਸੋ ਆਪਾਂ ਮੈਂ ਇੱਕ ਐਦਾਂ ਦੀ ਮੈਡੀਸਨ, ਐਦਾਂ ਦੀਆਂ ਵੈਜੀਟੇਬਲਸ ਦੀ ਗੱਲ ਕਰ ਰਹੀ ਹਾਂ। ਇਹਨਾਂ ਨੂੰ ਠੰਡੀਆਂ ਸਬਜ਼ੀਆਂ ਵੀ ਆਪਾਂ ਕਹਿ ਦਿੰਦੇ ਆ। ਠੰਡੀਆਂ ਕਹਿ ਸਕਦੇ ਹੋ ਜਾਂ ਜਿਹੜੇ ਸਰੀਰ ਦੇ ਉੱਪਰ ਜ਼ਿਆਦਾ ਨੁਕਸਾਨ ਕੋਈ ਨਹੀਂ ਨੁਕਸਾਨ ਕਰਦੀਆਂ ਨਹੀਂ ਐਂਡ ਹੈਲਥ ਬੈਨੀਫਿਟਸ ਹੀ ਦਿੰਦੀਆਂ ਹਨ। ਬਿਲਕੁਲ। ਇਸ ਤੋਂ ਇਲਾਵਾ ਵਿਹਾਰ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਪੇਸ਼ੈਂਟਸ ਨੂੰ ਦੱਸਦੇ ਹਾਂ। ਸਭ ਤੋਂ ਪਹਿਲੀ ਗੱਲ, ਸਕਿਨ ਦੇ ਪੇਸ਼ੈਂਟਸ ਨੇ ਕਦੀ ਵੀ ਤੰਗ ਅਤੇ ਭੀੜੇ ਕੱਪੜੇ ਨਹੀਂ ਪਾਣੇ। ਉਹਨਾਂ ਨੇ ਹਮੇਸ਼ਾ ਸੂਤੀ ਕੱਪੜੇ ਹੀ ਪਾਣੇ ਹਨ। ਜੀ। ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਹਫਤੇ ਦੇ ਵਿੱਚ ਇੱਕ ਵਾਰ ਉਹਨਾਂ ਨੇ ਦਹੀਂ ਦੇ ਵਿੱਚ ਸਰੋਂ ਦਾ ਤੇਲ ਮਿਲਾ ਕੇ ਪਿੰਡੇ ਦੇ ਵਿੱਚ ਸਾਰੇ ਲਗਾ ਕੇ 10 ਮਿੰਟ ਬੈਠਣਾ ਹੈ ਔਰ ਉਸ ਤੋਂ ਬਾਅਦ ਹੀ ਨਹਾਣਾ ਹੈ। ਓਕੇ। ਠੀਕ ਹੈ। ਜਿਹੜੇ ਸੋਰੀਆਸਿਸ ਦੇ ਪੇਸ਼ੈਂਟਸ ਹਨ ਜਾਂ ਜਿਨ੍ਹਾਂ ਨੂੰ ਸਿਰ ਦੇ ਉੱਪਰ ਵੀ ਪ੍ਰੋਬਲਮ ਹੈ, ਉਹ ਹਫਤੇ ਵਿੱਚ ਇੱਕ ਵਾਰ ਐਟਲੀਸਟ ਸ਼ੈਂਪੂ ਕਰਨ ਤੋਂ ਪਹਿਲੇ, ਸਿਰ ਧੋਣ ਤੋਂ ਪਹਿਲੇ ਦਹੀਂ ਦੇ ਵਿੱਚ ਨਿੰਬੂ ਮਿਲਾ ਕੇ ਆਪਣੇ ਪੂਰੀ ਸਕੈਲਪ ਤੇ ਅੱਛੀ ਤਰ੍ਹਾਂ ਲਗਾਉਣ ਔਰ ਉਸ ਤੋਂ ਬਾਅਦ ਜਿਹੜਾ ਵੀ ਉਹ ਸ਼ੈਂਪੂ ਯੂਜ਼ ਕਰਦੇ ਜਿਹੜਾ ਉਹਨਾਂ ਨੂੰ ਸੂਟ ਕਰਦਾ ਹੈ ਉਹ ਲਗਾਉਣ। ਜੀ। ਠੀਕ ਹੈ। ਉਸ ਤੋਂ ਇਲਾਵਾ ਫਾਸਟਿੰਗ ਦਾ, ਵਰਤ ਰੱਖਣ ਦਾ ਆਯੁਰਵੇਦ ਦੇ ਵਿੱਚ ਬਹੁਤ ਮਹੱਤਵ ਹੈ, ਅੱਛਾ ਜੀ। ਖਾਸ ਕਰ ਚਮੜੀ ਦੇ ਮਰੀਜ਼ਾਂ ਲਈ। Okay. ਜਦੋਂ ਤੁਸੀਂ ਆਪਣੇ ਬਾਡੀ ਨੂੰ ਫਾਸਟਿੰਗ ਦਿੰਦੇ ਹੋ, ਉਪਵਾਸ ਕਰਦੇ ਹੋ, ਤਾਂ ਸਾਰੀ ਬਾਡੀ ਦੇ ਜਿਹੜੇ ਦੋਸ਼ ਹੈ, ਕੋਥ ਹੈ, ਉਹ ਬਾਡੀ ਦੇ ਵਿੱਚ 1-2 ਦਿਨ ਵਿੱਚ ਜਦੋਂ ਡਰੇਨ ਹੋ ਜਾਂਦਾ ਹੈ ਤਾਂ ਸਾਡੀ ਬਾਡੀ ਨੂੰ ਇੱਕ ਤਰ੍ਹਾਂ ਸਾਹ ਲੈਣ ਦਾ ਮੌਕਾ ਮਿਲਦਾ ਹੈ। ਆਪਾਂ ਕੋਥ ਤੋਂ ਡੀਟੌਕਸੀਫਾਈ ਕਰ ਦਿੰਦੇ ਹਾਂ ਆਪਣੀ ਬਾਡੀ। ਨਵੀਂ ਗੱਲ ਦੱਸੀ ਤੁਸੀਂ। ਜੀ। ਉਪਵਾਸ ਦਾ ਸਕਿਨ ਦੇ ਪੇਸ਼ੈਂਟਸ ਦੇ ਵਿੱਚ ਬਹੁਤ ਮਹੱਤਵ ਹੈ। ਓਕੇ। ਠੀਕ ਹੈ। ਠੀਕ ਹੈ। ਉਸ ਤੋਂ ਇਲਾਵਾ ਪੇਸ਼ੈਂਟਸ ਨੂੰ ਚਾਹੀਦਾ ਹੈ ਕਿ ਉਹ ਮਤਲਬ ਲਾਈਟ ਜਿਹੜੇ ਪੀਐਚ ਬੈਲੈਂਸ ਜਿਨ੍ਹਾਂ ਦਾ ਘੱਟ ਹੈ, ਇਦਾਂ ਦੇ ਸੋਪਸ ਯੂਜ਼ ਕਰਨ ਜਿਨ੍ਹਾਂ ਦੀ ਬਹੁਤ ਸਮੈਲ ਹੈ, ਜਾਂ ਕੁਝ ਇਦਾਂ ਗਲਿਸਰੀਨ ਬੇਸ ਸੋਪਸ, ਪੀਅਰਸ ਵਗੈਰਾ ਆਪਾਂ ਕਾਫੀ ਸੁਜੈਸਟ ਕਰਦੇ ਹਾਂ ਪੇਸ਼ੈਂਟਸ ਨੂੰ, ਇਦਾਂ ਦੇ ਸੋਪਸ ਯੂਜ਼ ਕਰਨ। ਨਾਰੀਅਲ ਦਾ ਤੇਲ ਹੀ ਜ਼ਿਆਦਾ ਲਗਾਉਣ। ਸੈਂਟਸ, ਪਰਫਿਊਮਸ ਬਿਲਕੁਲ ਨਹੀਂ ਲਗਾਉਣੀਆਂ। ਇਵਨ ਟੈਲਕਮ ਵੀ ਆਪਾਂ ਪੇਸ਼ੈਂਟਸ ਨੂੰ ਸੁਜੈਸਟ ਨਹੀਂ ਕਰਦੇ, ਕਿਉਂਕਿ ਬਹੁਤ ਸਾਰੇ ਪੇਸ਼ੈਂਟਸ ਸਿਰਫ ਅੰਡਰਆਰਮ ਰੋਲ ਔਨ ਡੀਓ ਲਗਾਉਣ ਦੇ ਕਰਕੇ ਹੀ ਸਕਿਨ ਦੀ ਪ੍ਰੋਬਲਮ ਵਿੱਚ ਫਸੇ ਹੁੰਦੇ ਹਨ। ਸੋ ਇਹਨਾਂ ਚੀਜ਼ਾਂ ਦੇ ਬਾਰੇ ਆਪਾਂ ਪੂਰਾ ਪੇਸ਼ੈਂਟਸ ਨੂੰ ਦੱਸਦੇ ਹਾਂ, ਵਿਚ ਹੈਲਪਸ them a lot। ਇਹਨਾਂ ਚੀਜ਼ਾਂ ਕਰਕੇ ਹੀ, ਬਿਕੋਜ਼ ਆਪਾਂ ਆਪਣਾ ਯੂਰਪੀਅਨ ਅਕੈਡਮੀ ਆਫ ਆਯੁਰਵੇਦਾ ਦੇ ਵਿੱਚ ਆਪਾਂ ਜਦੋਂ ਆਪਣੀ ਰਿਸਰਚ ਪ੍ਰੈਜ਼ੈਂਟ ਕੀਤੀ, ਆਪਣੇ ਸਾਰੇ ਪੇਸ਼ੈਂਟਸ ਦੀ ਆਪਾਂ ਇੱਕ ਸਟੈਟਿਸਟੀਕਲ ਸਰਵੇ ਬਣਾਇਆ, ਜਿਸ ਕਰਕੇ ਯੂਰਪੀਅਨ ਅਕੈਡਮੀ ਆਫ ਆਯੁਰਵੇਦਾ ਤੋਂ ਬਾਅਦ ਸਾਨੂੰ ਪਾਰਲੀਮੈਂਟ ਹਾਊਸ ਲੰਡਨ ਦੇ ਵਿੱਚ ਬੁਲਾਇਆ ਗਿਆ। ਉੱਥੇ ਸਨਮਾਨਿਤ ਕੀਤਾ ਗਿਆ ਕਿ ਆਪਾਂ ਇੱਕੋ ਆਯੁਰਵੈਦਿਕ ਕਲੀਨਿਕ ਹੈ ਜਿਹੜੇ ਕਿ ਪੇਸ਼ੈਂਟਸ ਨੂੰ ਟ੍ਰੀਟ ਕਰ ਰਹੇ ਟੋਟਲੀ ਆਯੁਰਵੈਦਿਕ ਮੈਡੀਸਨ ਦੇ ਨਾਲ, ਔਰ ਉਹ ਸਟੈਟਿਸਟਿਕਸ ਦੇ ਹਿਸਾਬ ਨਾਲ ਆਪਾਂ ਇੰਨਾ ਅੱਛਾ ਕਿਉਂਕਿ ਰਿਜ਼ਲਟ ਦੇ ਪਾ ਰਹੇ ਹਾਂ, ਤਾਂ ਹੀ ਕਰਕੇ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਔਰ ਐਲਰਜੀ ਵਾਸਤੇ ਸਾਨੂੰ ਰੈਕਗਨਾਈਜ਼ ਕੀਤਾ। ਜੀ ਜੀ, ਉਹਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਥੈਂਕ ਯੂ ਵੈਰੀ ਮਚ। ਤੇ ਆਖਿਰ ਦੇ ਵਿੱਚ ਮੈਮ ਅਸੀਂ ਗੱਲ ਕਰੀਏ, ਮੇਕਅਪ ਕਰਕੇ ਵੀ ਲੇਡੀਜ਼ ਨੂੰ ਕੁਝ ਸਮੱਸਿਆਵਾਂ ਹੋ ਜਾਂਦੀਆਂ ਨੇ। ਕਈ ਵਾਰੀ ਹੁੰਦਾ ਉਹਨਾਂ ਦੇ ਇਹ ਮਿੱਥ ਬਣਿਆ ਹੁੰਦਾ ਵੀ ਮਹਿੰਗਾ ਮੇਕਅਪ ਯੂਜ਼ ਕਰਾਂਗੇ ਤਾਂ ਸਾਨੂੰ ਘੱਟ ਸਮੱਸਿਆ ਹੋਊਗੀ। ਕੀ ਕੁਝ ਇਦਾਂ ਦੇ ਵੀ ਪੇਸ਼ੈਂਟ ਆਉਂਦੇ ਆ, ਜਾਂ ਲੇਡੀਜ਼ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਿੱਦਾਂ ਦੀਆਂ ਐਲਰਜੀਜ਼ ਹੁੰਦੀਆਂ ਨੇ? ਮੇਕਅਪ ਦੀ ਗੱਲ ਕਰਾਂ ਤਾਂ ਯੈਸ, ਐਬਸੋਲਿਊਟਲੀ। ਅਗਰ ਆਪਾਂ ਅੱਛੀ ਕੁਆਲਿਟੀ ਦਾ ਮੇਕਅਪ ਨਹੀਂ ਯੂਜ਼ ਕਰਾਂਗੇ ਤਾਂ ਸਕਿਨ ਦੇ ਉੱਪਰ ਬਰਨਸ ਹੋ ਜਾਂਦੇ ਹਨ, ਸਕਿਨ ਦੇ ਉੱਪਰ ਰੈਸ਼ਿਜ਼ ਹੋ ਜਾਂਦੇ ਹਨ, ਐਲਰਜਿਕ ਸਕਿਨ ਹੋ ਜਾਏਗੀ। ਓਬਵੀਅਸਲੀ ਅਗਰ ਸਕਿਨ ਦੇ ਉੱਪਰ ਮੇਕਅਪ ਵੀ ਰਿਐਕਟ ਕਰ ਸਕਦਾ ਹੈ ਤਾਂ ਇਹ ਬਹੁਤ ਸਾਰੇ ਇਦਾਂ ਦੇ ਪੇਸ਼ੈਂਟਸ ਆਉਂਦੇ ਹਨ ਜਿਨ੍ਹਾਂ ਦੇ ਉੱਪਰ ਸਕਿਨ ਦੇ ਉੱਪਰ ਬਲੈਕਨੈਸ ਆਈ ਹੁੰਦੀ ਹੈ ਬਿਕੋਜ਼ ਆਫ ਦਿਸ ਮੇਕਅਪ। ਬਟ ਅਦਰਵਾਈਜ਼ ਆਲਸੋ ਬਲੈਮਿਸ਼ਸ ਸਾਡੀ ਇੰਡੀਆ ਦੀ ਲੇਡੀਜ਼ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ। ਬਲੈਮਿਸ਼ਸ ਜਿਹਦੇ ਵਿੱਚ ਸਾਡੀ ਚੀਕਸ ਦੇ ਉੱਪਰ ਬਲੈਕ ਸਪੌਟਸ ਪੈ ਜਾਂਦੇ ਹਨ, ਜਿਹਨੂੰ ਛਾਈਆਂ ਵੀ ਕਹਿ ਦਿੰਦੇ ਹਨ, ਔਰ ਉਹਨਾਂ ਦਾ ਵੀ ਆਯੁਰਵੈਦਿਕ ਮੈਡੀਸਨ 'ਚ ਬਹੁਤ ਅੱਛਾ ਰਿਜ਼ਲਟ ਹੈ। ਬਟ ਇਹੀ ਗੱਲ ਹੋ ਜਾਂਦੀ ਕਿ ਪੇਸ਼ੈਂਟਸ ਨੇ ਪਹਿਲੇ ਇੰਨੇ ਜ਼ਿਆਦਾ ਸਟੀਰੋਇਡਸ ਲਗਾਏ ਹੁੰਦੇ ਹਨ ਕਿ ਉਹ ਸਟੀਰੋਇਡਸ ਕਰਕੇ ਉਹ ਛਾਈਆਂ ਇੱਕਦਮ ਗਾਇਬ ਹੋ ਜਾਂਦੀਆਂ, ਫਿਰ ਉਹਨਾਂ ਦੇ ਉੱਪਰ ਛਾਈਆਂ ਵਾਲੇ ਏਰੀਆ ਤੇ ਹਲਕੇ ਹਲਕੇ ਵਾਲ ਆ ਜਾਂਦੇ ਹਨ। ਔਰ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ, ਸਾਨੂੰ ਟਾਈਮ ਲੱਗਦਾ ਥੋੜਾ ਜਿਹਾ, ਮਤਲਬ 1-2 ਮਹੀਨੇ ਸਾਨੂੰ ਰਿਜ਼ਲਟ ਦਿਖਾਉਂਦੇ ਲੱਗ ਜਾਂਦੇ ਹੈ ਕਿ ਹਾਂ ਵੀ ਦੇਖੋ, ਬਟ ਬਹੁਤ ਅੱਛਾ ਰਿਜ਼ਲਟ ਹੈ। ਆਯੁਰਵੇਦ ਦੇ ਵਿੱਚ ਸਕਿਨ ਨੂੰ ਬਿਊਟੀਫਾਈ ਕਰਨ ਲਈ ਵਰਣਿਆ ਔਸ਼ਧੀਆਂ ਦਾ ਵਰਣਨ ਹੈ। ਅੱਛਾ ਜੀ। ਸਾਡੀ ਮਹਾਕਸ਼ਾਏ ਦੇ ਵਿੱਚ 10 ਇਦਾਂ ਦੀਆਂ ਹਰਬਸ ਦਾ ਵਰਣਨ ਹੈ, ਜਿੱਦਾਂ ਕਿ ਪ੍ਰਿਯੰਗੂ ਦੇ ਫੁੱਲ ਹੋ ਗਏ, ਚੰਦਨ ਹੋ ਗਿਆ, ਸ਼ਵੇਤ ਚੰਦਨ, ਰਕ ਚੰਦਨ,
ਬਹੁਤ ਸਾਰੀਆਂ ਇਦਾਂ ਦੀ ਹਰਬਸ ਦਾ ਵਰਣਨ ਹੈ ਜਿਹੜੇ ਸਾਡੇ ਵਰਣ ਨੂੰ, ਸਾਡੀ ਸਕਿਨ ਨੂੰ, ਕੰਪਲੈਕਸ਼ਨ ਨੂੰ ਇਨਹੈਂਸ ਕਰਦਾ ਹੈ। ਓਕੇ ਸੋ ਵਰਣਿਆ ਮਹਾਕਸ਼ਾਏ ਵਰਗੀਆਂ ਸਾਰੀਆਂ ਹਰਬਸ ਦਾ ਇਸਤੇਮਾਲ ਕਰਦੇ ਹੋਏ ਆਪਾਂ ਪੇਸ਼ੈਂਟਸ ਨੂੰ ਮੈਡੀਸਨ ਦਿੰਦੇ ਆ। ਕੁਕੁਰਤਵਾਂਤਕ ਭਸਮ ਵਰਗੀਆਂ ਮੈਡੀਸਿਨਸ ਹੈ ਜਿਨ੍ਹਾਂ ਦਾ ਇੰਨਾ ਟ੍ਰੀਮੈਂਡਸ ਰਿਜ਼ਲਟ ਹੈ ਬਲੈਮਿਸ਼ਸ ਤੇ ਸਕਿਨ ਵਾਸਤੇ ਜੀ ਕਿ ਉਹ ਸਕਿਨ ਲੇਡੀਜ਼ ਦੀ ਹੌਲੀ ਹੌਲੀ ਸਾਫ਼ ਹੁੰਦੀ ਹੈ ਬਟ ਬਿਲਕੁਲ ਜੜੋਂ ਸਾਫ਼ ਹੋ ਜਾਂਦੇ ਹਨ ਬਲੈਮਿਸ਼ਸ ਠੀਕ ਹੈ ਐਂਡ ਦੇ ਵੋਂਟ ਕਮ ਬੈਕ ਬਿਕੋਜ਼ ਤੁਸੀਂ ਸਟੀਰੋਇਡ ਲਗਾਇਆ ਉਹ ਵਾਪਸ ਆਉਂਦੇ, ਇਹਦੇ ਵਿੱਚ ਦੇ ਵੋਂਟ ਕਮ ਬੈਕ। ਡਿਲੀਵਰੀ ਤੋਂ ਬਾਅਦ ਵੀ ਬਹੁਤ ਲੋਕਾਂ ਨੂੰ ਮਿਲਾਜ਼ਮਾ ਜਾਂ ਕੁਲਾਜ਼ਮਾ ਹੋ ਜਾਂਦਾ ਹੈ ਜਿਹਦੇ ਵਿੱਚ ਬਲੈਕਨੈਸ ਆਉਂਦੀ ਹੈ। ਕਈਆਂ ਦੇ ਵਿੱਚ ਤਾਂ ਉਹ ਆਪਣੇ ਆਪ ਹੀ ਫੇਡ ਆਊਟ ਹੋ ਜਾਂਦੀ ਹੈ ਪਰ ਕਈਆਂ ਨੂੰ ਇਸ ਚੀਜ਼ ਦਾ ਵੀ ਟ੍ਰੀਟਮੈਂਟ ਲੈਣਾ ਪੈਂਦਾ ਹੈ। ਤਾਂ ਉਸ ਤੋਂ ਬਾਅਦ ਉਹ ਆਈ ਵੁੱਡ ਰეკਮੈਂਡ ਟੂ ਆਲ ਆਫ ਯੂ ਕਿ ਤੁਸੀਂ ਐਲੋਪੈਥਿਕ ਮੈਡੀਸਿਨਸ ਲਗਾ ਕੇ ਸਕਿਨ ਨੂੰ ਪਤਲਾ ਔਰ ਵੀਕ ਨਾ ਕਰੋ, ਜਲਦੀ ਆਯੁਰਵੇਦ ਨੂੰ ਮੌਕਾ ਦਿਓ ਤਾਂ ਕਿ ਆਪਾਂ ਤੁਹਾਡੀ ਪ੍ਰੋਬਲਮ ਨੂੰ ਸ਼ੁਰੂ 'ਚ ਹੀ ਪਕੜ ਸਕੀਏ ਔਰ ਬਹੁਤ ਪਤਲੀ ਸਕਿਨ ਤੇ ਸਾਨੂੰ ਨਾ ਕੰਮ ਕਰਨਾ ਪਏ, ਜਲਦੀ ਆਪਾਂ ਟ੍ਰੀਟਮੈਂਟ ਦੇ ਸਕੀਏ। ਬਿਲਕੁਲ। ਇਸ ਤੋਂ ਇਲਾਵਾ ਅਗਰ ਤੁਸੀਂ ਸਕਿਨ ਦੀ ਪ੍ਰੋਬਲਮਸ ਦੀ ਗੱਲ ਕਰੋ ਤਾਂ ਦੂਸਰੀ ਮੇਜਰ ਪ੍ਰੋਬਲਮ ਯੰਗਸਟਰਸ ਵਿੱਚ ਹੈ ਜਿਹੜੀ ਕਿ ਐਕਨੀ ਵਲਗੈਰਿਸ ਦੀ ਹੈ। ਪੇਸ਼ੈਂਟਸ ਦੇ ਉੱਪਰ ਕੀਲ ਮੁਹਾਸੇ ਜਿਨ੍ਹਾਂ ਨੂੰ ਪਿੰਪਲਸ ਵੀ ਕਹਿ ਦਿੰਦੇ ਹਨ, ਉਹਦੇ ਵਿੱਚ ਵੀ ਵਾਤ ਪਿੱਤ ਕਫ ਤਿੰਨੋਂ ਦੋਸ਼ਾਂ ਨੂੰ ਕੰਸੀਡਰ ਕਰਦੇ ਹੋਏ ਖੂਨ ਨੂੰ ਸਾਫ਼ ਕਰਨਾ, ਬਲੱਡ ਨੂੰ ਪਿਉਰੀਫਾਈ ਕਰਨਾ ਬਿਕੋਜ਼ ਯੰਗਸਟਰਸ ਦੇ ਵਿੱਚ ਹਾਰਮੋਨਸ ਦਾ ਇੰਬੈਲੈਂਸ ਬਹੁਤ ਜ਼ਿਆਦਾ ਹੁੰਦਾ ਜੀ ਹੈ ਜੀ ਜੀ ਜਿਹਦੇ ਕਰਕੇ ਉਹਨਾਂ ਦੇ ਸਕਿਨ ਦੇ ਉੱਪਰ ਐਕਨੇ ਹੁੰਦੇ ਹਨ। ਛੋਟੀ ਛੋਟੀ ਮੈਡੀਸਿਨਸ ਟੌਪੀਕਲ ਲਗਾਉਣ ਨੂੰ ਲੋਕ ਦੇ ਦਿੰਦੇ ਹਨ ਪਰ ਉਹਦੇ ਕਰਕੇ ਉਸ ਵੇਲੇ ਪਿੰਪਲ ਇੱਕ ਜਗ੍ਹਾ ਤੋਂ ਬੈਠ ਜਾਂਦਾ ਹੈ, ਦੂਸਰੀ ਜਗ੍ਹਾ ਤੋਂ ਬਾਹਰ ਨਿਕਲ ਆਉਂਦਾ ਹੈ। ਬਿਲਕੁਲ। ਸੋ ਆਪਾਂ ਬਲੱਡ ਨੂੰ ਜਦੋਂ ਤੱਕ ਸਾਫ਼ ਨਹੀਂ ਕਰਾਂਗੇ, ਆਪਾਂ ਦੋਸ਼ਾਂ ਨੂੰ ਸਾਫ਼ ਨਹੀਂ ਬੈਲੈਂਸ ਨਹੀਂ ਕਰਾਂਗੇ, ਉਦੋਂ ਤੱਕ ਐਕਨੇ ਪਿੰਪਲ ਸੇ ਰਿਜ਼ਲਟ ਨਹੀਂ ਦਿੱਤਾ ਜਾ ਸਕਦਾ। ਸੋ ਆਖਿਰ ਦੇ ਵਿੱਚ ਮੈਮ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦਿਓ ਵੀ ਆਰੋਗਿਅਮ ਹਸਪੀਟਲ ਦੇ ਕਲੀਨਿਕਸ ਕਿੱਥੇ ਨੇ, ਕਿਵੇਂ ਤੁਹਾਡੇ ਤੱਕ ਉਹ ਪਹੁੰਚ ਕਰ ਸਕਦੇ ਨੇ ਦਰਸ਼ਕ ਜੇ ਉਹ ਆਉਣਾ ਚਾਹਣ ਤਾਂ। ਆਰੋਗਿਅਮ ਆਯੁਰਵੈਦਿਕ ਸੈਂਟਰ ਦਾ ਮੇਨ ਜਿਹੜਾ ਸੈਂਟਰ ਹੈ ਉਹ ਜਲੰਧਰ ਵਿੱਚ ਹੈ। ਬਾਕੀ ਪਟਿਆਲਾ ਔਰ ਬਠਿੰਡਾ, ਕਰਨਾਲ ਔਰ ਦਿੱਲੀ ਦੇ ਵਿੱਚ ਸਾਡੇ ਸੈਂਟਰਸ ਹਨ। ਉਹਨਾਂ ਸੈਂਟਰਸ ਦੇ ਵਿੱਚ ਸਾਡੇ ਬਹੁਤ ਐਕਸਪਰਟ ਡਾਕਟਰਸ ਬੈਠੇ ਹਨ ਜਿਨ੍ਹਾਂ ਨੂੰ ਆਪਾਂ ਪੂਰੀ ਟ੍ਰੇਨਿੰਗ ਇੱਥੇ ਦਿਲਵਾ ਕੇ, ਜਲੰਧਰ ਦੇ ਵਿੱਚ ਆਯੁਰਵੈਦਿਕ ਡਾਕਟਰਸ ਜਿਨ੍ਹਾਂ ਨੂੰ ਟ੍ਰੇਨਿੰਗ ਇੱਥੇ ਦਿਲਵਾ ਕੇ ਫਿਰ ਆਪਾਂ ਉੱਥੇ ਸੈਟਲ ਕਰਦੇ ਹਾਂ। ਉਹ ਕੰਟੀਨਿਊਸਲੀ ਸਾਡੇ ਨਾਲ ਇਨ ਟੱਚ ਹੁੰਦੇ ਹਨ ਆਪਾਂ ਜਦੋਂ ਟ੍ਰੀਟਮੈਂਟ ਦਿੰਦੇ ਹਾਂ। ਬਟ ਇਸ ਤੋਂ ਇਲਾਵਾ ਅਗਰ ਕੋਈ ਮਰੀਜ਼ ਨਾ ਆ ਸਕਣ, ਉਹ ਸਾਨੂੰ ਕਾਲ ਕਰਨ, ਸਾਡੇ ਡਾਕਟਰਸ ਉਹਨਾਂ ਨਾਲ ਆਨਲਾਈਨ ਕੰਸਲਟੇਸ਼ਨ ਜਾਂ ਉਹਨਾਂ ਦੀ ਰਿਪੋਰਟਸ ਮੰਗਵਾ ਕੇ, ਉਹਨਾਂ ਨਾਲ ਵੀਡੀਓ ਕਾਲ ਕਰਕੇ, ਉਹਨਾਂ ਨਾਲ ਇਨ ਟੱਚ ਹੋ ਕੇ ਉਹਨਾਂ ਦੀ ਸਾਰੀ ਸਮੱਸਿਆ ਨੂੰ ਸੁਣ ਕੇ ਉਹਨਾਂ ਨੂੰ ਦਵਾਈ ਆਪਾਂ ਘਰ ਬੈਠੇ ਵੀ ਪਹੁੰਚਾ ਸਕਦੇ ਹਾਂ। ਜੀ ਠੀਕ ਹੈ ਮੈਮ। ਸੋ ਆਸ ਹੈ ਕਿ ਡਾਕਟਰ ਹਰਵੀਨ ਨੇ ਜਿੰਨੀਆਂ ਵੀ ਗੱਲਾਂ ਦੱਸੀਆਂ ਨੇ, ਜੋ ਵੀ ਤੁਹਾਡੀਆਂ ਸਮੱਸਿਆਵਾਂ ਹੋਣਗੀਆਂ ਉਹਦਾ ਹੱਲ ਤੁਹਾਨੂੰ ਮਿਲ ਗਿਆ ਹੋਊਗਾ ਤੇ ਬਾਕੀ ਦਾ ਹੱਲ ਤੁਹਾਨੂੰ ਆਰੋਗਿਅਮ ਹਸਪੀਟਲ ਪਹੁੰਚ ਕੇ ਮੈਡਮ ਡਾਕਟਰ ਹਰਵੀਨ ਨਾਲ ਮਿਲ ਕੇ ਮਿਲੇਗਾ। ਸੋ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋ ਇੱਕ ਵਾਰੀ। ਬਹੁਤ ਜ਼ਿਆਦਾ ਦਵਾਈਆਂ ਐਲੋਪੈਥੀ ਖਾ ਕੇ, ਸਟੀਰੋਇਡਸ ਲੈ ਕੇ ਜੇ ਤੁਸੀਂ ਪਰੇਸ਼ਾਨ ਹੋ ਤਾਂ ਤੁਹਾਨੂੰ ਇੱਕ ਵਾਰੀ ਜ਼ਰੂਰ ਇੱਥੇ ਆਉਣਾ ਚਾਹੀਦਾ ਹੈ। ਬਾਕੀ ਅੱਖਰ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ। ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।